ਹੈਲੋ एवरीवन, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਪੀਐਸ ਟੈਟ ਲਈ ਹੁਣ ਤੱਕ ਜਿੰਨੇ ਵੀ ਪੇਪਰ ਹੋਏ ਨੇ ਉਹਨਾਂ ਦੀ ਇੱਕ ਸੀਰੀਜ਼ ਸ਼ੁਰੂ ਕਰਨੀ ਸੀ। ਪੀਐਸ ਟੈਟ ਦੀ ਜੋ ਸ਼ੁਰੂਆਤ ਹੋਈ ਸੀ ਉਹ ਜੁਲਾਈ 2011 ਦੇ ਵਿੱਚ ਹੋਈ ਸੀ। ਮਤਲਬ ਕਿ ਜੋ ਪਹਿਲਾ ਪੇਪਰ ਪੀਐਸ ਟੈਟ ਦਾ ਲਿਆ ਗਿਆ ਸੀ ਉਹ ਜੁਲਾਈ 2011 ਦਾ ਸੀ। ਸੋ ਅਸੀਂ ਜੋ ਅੱਜ ਸ਼ੁਰੂ ਕਰਨਾ ਹੈ ਉਹ ਪੀਐਸ ਟੈਟ ਪੇਪਰ 2 ਜੁਲਾਈ 2011 ਚ ਜੋ ਲਿਆ ਗਿਆ ਸੀ ਉਹ ਸ਼ੁਰੂ ਕਰਨਾ ਹੈ, ਜੋ ਕਿ ਐਸਐਸਟੀ ਦਾ ਹੈ। ਸਾਨੂੰ ਪਤਾ ਹੀ ਹੈ ਕਿ ਅਸੀਂ ਪੀਐਸ ਟੈਟ ਦੇ ਵਿੱਚ 5 ਚੀਜ਼ਾਂ ਕਵਰ ਕਰਨੀਆਂ ਹੁੰਦੀਆਂ ਨੇ। ਇੱਕ ਤਾਂ ਉਹਦੇ ਵਿੱਚ CDP ਹੁੰਦਾ ਹੈ, ਸਾਈਕੋਲੋਜੀ, ਇੱਕ ਹੁੰਦਾ ਉਹਦੇ ਵਿੱਚ ਇੰਗਲਿਸ਼, ਇੱਕ ਹੁੰਦੀ ਆ ਪੰਜਾਬੀ ਸਾਡੀ, ਤੇ ਇੱਕ SST ਜਾਂ ਫਿਰ ਸਾਇੰਸ ਮੈਥ ਹੁੰਦਾ ਹੈ। ਇਸ ਦੇ ਵਿੱਚ ਅਸੀਂ ਸਿਰਫ ਔਰ ਸਿਰਫ SST ਦੇ ਜੋ 60 ਕੁਐਸਚਨ ਆ ਰਹੇ ਨੇ ਅਸੀਂ ਉਹਨਾਂ ਨੂੰ ਕਵਰ ਕਰਾਂਗੇ। ਸੋ ਸ਼ੁਰੂਆਤ ਕਰਦੇ ਹਾਂ। SST ਦਾ ਜੋ ਫਸਟ ਕੁਐਸਚਨ ਹੈ ਉਹ ਹੈ ਕਿ ਇਤਿਹਾਸ ਦੀ ਜੋ ਸ਼ੁਰੂਆਤ ਹੈ, ਇਤਿਹਾਸ ਕਦੋਂ ਸ਼ੁਰੂ ਹੁੰਦਾ ਹੈ। ਇਹਦੀਆਂ ਸਾਡੇ ਕੋਲੇ 4 ਆਪਸ਼ਨਾਂ ਨੇ। ਜਦੋਂ ਮਨੁੱਖੀ ਸਭਿਅਤਾ ਦਾ ਆਰੰਭ ਹੁੰਦਾ ਹੈ, ਜਦੋਂ ਮਨੁੱਖੀ ਸਿਮਰਤੀ ਦਾ ਆਰੰਭ ਹੁੰਦਾ ਹੈ, ਜਦੋਂ ਲਿਖਤੀ ਸਰੋਤ ਉਪਲਬਧ ਹੁੰਦੇ ਹਨ, ਜਾਂ ਫਿਰ ਉਪਰੋਕਤ ਸਾਰੇ। ਤਾਂ ਇਹਦਾ ਜੋ ਸਹੀ ਆਨਸਰ ਹੈ ਉਹ ਹੈ C, ਜਦੋਂ ਲਿਖਤੀ ਸਰੋਤ ਉਪਲਬਧ ਹੁੰਦੇ ਹਨ। 92 ਕੁਐਸਚਨ, ਇਤਿਹਾਸ ਦੇ ਰੂਪ ਵਿੱਚ ਉਚਿਤ ਕਾਲਕ੍ਰਮਿਕ ਤਰਤੀਬ ਕਿਹੜੀ ਹੈ। ਮਤਲਬ ਕਿ ਅਸੀਂ ਜੋ ਇਹ ਸਾਨੂੰ ਨੀਚੇ ਆਪਸ਼ਨਸ ਲਿਖੀਆਂ ਹੋਈਆਂ ਨੇ ਇਹਨਾਂ ਨੂੰ ਅਸੀਂ ਇੱਕ ਸੀਕੁਐਂਸ ਦੇ ਵਿੱਚ ਕਵਰ ਕਰਨਾ ਹੈ। ਇਹਨਾਂ ਨੂੰ ਅਸੀਂ ਇੱਕ ਸੀਕੁਐਂਸ ਦੇ ਵਿੱਚ ਲਿਖਣਾ ਹੈ ਕਿ ਸਭ ਤੋਂ ਪਹਿਲਾਂ ਪੁਰਾਤਨ ਪੱਥਰ ਯੁੱਗ ਆਇਆ, ਮਹਾਪੱਥਰ ਯੁੱਗ ਆਇਆ, ਸੁਖਮ ਪੱਥਰ ਯੁੱਗ ਆਇਆ, ਫਿਰ ਨਵ ਪੱਥਰ ਯੁੱਗ ਆਇਆ। ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਆਪਸ਼ਨਸ ਦਿੱਤੀਆਂ ਹੋਈਆਂ ਨੇ ਤੇ ਜੋ ਸਾਡੀ ਸਹੀ ਆਪਸ਼ਨ ਹੈ ਉਹ ਸਾਡੀ C ਆਪਸ਼ਨ ਹੀ ਸਹੀ ਹੈ। ਪਹਿਲਾਂ ਸਾਡੇ ਕੋਲੇ ਪੁਰਾਤਨ ਪੱਥਰ ਯੁੱਗ ਆਇਆ ਸੀਗਾ, ਫਿਰ ਨਵਾਂ ਪੱਥਰ ਯੁੱਗ ਆਇਆ ਸੀਗਾ, ਫਿਰ ਸੁਖਮ ਪੱਥਰ ਯੁੱਗ ਆਇਆ ਸੀਗਾ ਤੇ ਫਿਰ ਮਹਾਪੱਥਰ ਯੁੱਗ ਆਇਆ ਸੀਗਾ। ਇਸੇ ਤਰੀਕੇ ਨਾਲ ਅਸੀਂ ਕੁਐਸਚਨ ਨੰਬਰ 93 ਕਵਰ ਕਰ ਰਹੇ ਹਾਂ। ਕੁਐਸਚਨ ਨੰਬਰ 93 ਤੁਹਾਨੂੰ ਪੁੱਛ ਰਿਹਾ ਹੈ ਕਿ ਝੋਨੇ ਦੀ ਕਾਸ਼ਤ ਪਹਿਲਾਂ ਕਿੱਥੇ ਕੀਤੀ ਗਈ। ਅੰਟਾਰਕਟਿਕਾ ਦੇ ਵਿੱਚ, ਦੱਖਣੀ ਏਸ਼ੀਆ ਦੇ ਵਿੱਚ, ਅਮਰੀਕਾ ਦੇ ਵਿੱਚ, ਜਾਂ ਫਿਰ ਯੂਰਪ ਦੇ ਵਿੱਚ। ਸੋ ਇਹਦਾ ਸਹੀ ਆਨਸਰ ਹੈ ਦੱਖਣੀ ਏਸ਼ੀਆ ਦੇ ਵਿੱਚ। ਜੋ ਝੋਨੇ ਦੀ ਪਹਿਲਾਂ ਕਾਸ਼ਤ ਕੀਤੀ ਗਈ ਸੀ, ਪਹਿਲੀ ਵਾਰ ਝੋਨਾ ਜੋ ਲੱਗਿਆ ਸੀ ਉਹ ਦੱਖਣੀ ਏਸ਼ੀਆ ਦੇ ਵਿੱਚ ਲੱਗਿਆ ਸੀ। ਇਸ ਤੋਂ ਬਾਅਦ 94 ਨੰਬਰ ਕੁਐਸਚਨ ਸਾਨੂੰ ਪੁੱਛ ਰਿਹਾ ਹੈ ਕਿ ਭਾਰਤ ਵਿੱਚ ਦੂਜਾ ਸ਼ਹਿਰੀਕਰਨ ਲਗਭਗ 6ਵੀਂ ਸਦੀ BC ਵਿੱਚ ਹੋਇਆ ਮੰਨਿਆ ਜਾਂਦਾ ਹੈ। ਪਹਿਲਾ ਸ਼ਹਿਰੀਕਰਨ ਲਗਭਗ ਕਦੋਂ ਹੋਇਆ ਸੀ। ਤਾਂ ਪਹਿਲਾ ਸ਼ਹਿਰੀਕਰਨ ਇੱਥੇ ਸਾਨੂੰ ਇਹਨਾਂ ਨੇ 4 ਆਪਸ਼ਨਸ ਦਿੱਤੀਆਂ ਹੋਈਆਂ ਨੇ। 2500 BC, 1000 BC, 1200 BC ਜਾਂ ਫਿਰ 900 BC। ਸੋ ਇਹਦਾ ਜੋ ਸਹੀ ਆਨਸਰ ਹੈ ਉਹ ਹੈ A ਆਪਸ਼ਨ, 2500 BC। 95 ਨੰਬਰ ਕੁਐਸਚਨ, ਭਾਰਤ ਵਿੱਚ ਪਹਿਲੀ ਰਾਜ ਵਿਵਸਥਾ ਕਿਹੜੇ ਪ੍ਰਦੇਸ਼ ਵਿੱਚ ਬਣਾਈ ਗਈ। ਸਾਡੇ ਕੋਲੇ 4 ਆਪਸ਼ਨਸ ਨੇ, ਕਾਵੇਰੀ, ਨਰਮਦਾ ਘਾਟੀ, ਉਪਰੋਕਤ ਸਾਰੇ, ਜਾਂ ਫਿਰ ਗੰਗਾ ਯਮੁਨਾ ਦੁਆਬ। ਤਾਂ ਇਹਦਾ ਸਾਡੇ ਕੋਲੇ ਜੋ ਆਨਸਰ ਆ ਰਿਹਾ ਹੈ ਉਹ ਹੈ ਗੰਗਾ ਯਮੁਨਾ ਦੁਆਬ। ਨੈਕਸਟ ਕੁਐਸਚਨ, ਅਸ਼ੋਕ ਦਾ ਧੰਮ ਸੀ ਸਦਾਚਾਰ ਦਾ ਸਿਧਾਂਤ, ਇੱਕ ਵਿਚਾਰਧਾਰਾ, ਅਸ਼ੋਕ ਸਮਰਾਟ ਵੱਲੋਂ ਪ੍ਰਚਾਰੇ ਵਿਚਾਰਾਂ ਦਾ ਸੈੱਟ, ਉਪਰੋਕਤ ਸਾਰੇ ਹੀ। ਤਾਂ ਇਸ ਦਾ ਆਨਸਰ ਸਾਡੇ ਕੋਲੇ ਹੈ D, ਉਪਰੋਕਤ ਸਾਰੇ ਹੀ। 97 ਨੰਬਰ ਕੁਐਸਚਨ ਸਾਡੇ ਕੋਲੇ ਆ ਰਿਹਾ ਹੈ ਕਿ ਪਲਾਈਨੀ ਕੌਣ ਸੀ। ਇਹ ਇੱਕ ਕਵੀ ਜਿਸਨੇ ਭਾਰਤ ਦੇ ਇਤਿਹਾਸ ਬਾਰੇ ਲਿਖਿਆ, ਜੋਧਾ ਬਾਦਸ਼ਾਹ ਜਿਹੜਾ ਅਫਗਾਨਿਸਤਾਨ 'ਚ ਜਾ ਵਸਿਆ, ਰੋਮਨ ਵਿਦਵਾਨ ਜਿਸਨੇ ਭਾਰਤ ਦਾ ਰੋਮਨ ਸਾਮਰਾਜ ਨਾਲ ਵਪਾਰ ਵਾਲੇ ਵਪਾਰਕ ਰਾਸ਼ਟਰ ਵੱਲੋਂ ਵਰਣਨ ਕੀਤਾ, ਉਪਰੋਕਤ ਸਾਰੇ ਹੀ। ਇਸ ਦਾ ਸਹੀ ਆਨਸਰ ਹੈ C, ਰੋਮਨ ਵਿਦਵਾਨ ਜਿਸਨੇ ਭਾਰਤ ਦਾ ਰੋਮਨ ਸਾਮਰਾਜ ਨਾਲ ਵਪਾਰ ਵਾਲੇ ਵਪਾਰਕ ਰਾਸ਼ਟਰ ਵੱਲੋਂ ਵਰਣਨ ਕੀਤਾ। 98 ਨੰਬਰ ਕੁਐਸਚਨ ਹੈ ਕਿ ਰਾਜਾ ਹਰਸ਼ ਦਾ ਸਾਮਰਾਜ ਕਿੱਥੇ ਤੱਕ ਫੈਲਿਆ ਹੋਇਆ ਸੀ। ਦੱਖਣੀ ਸਾਗਰ ਤੋਂ ਉੱਤਰੀ ਪਰਬਤ ਤੱਕ, ਪੱਛਮੀ ਸਾਗਰ ਤੋਂ ਪੂਰਬੀ ਸਾਗਰ ਤੱਕ, ਗੰਗਾ ਜਮੁਨਾ ਘਾਟੀ ਤੱਕ, ਅਫਗਾਨਿਸਤਾਨ ਤੋਂ ਅਸਮ ਤੱਕ। ਤਾਂ ਇਸ ਦਾ ਸਹੀ ਆਨਸਰ ਹੈ ਪੱਛਮੀ ਸਾਗਰ ਤੋਂ ਪੂਰਬੀ ਸਾਗਰ ਤੱਕ। ਆਪਸ਼ਨ B ਇਸ ਦਾ ਸਹੀ ਆਨਸਰ ਹੈ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਹੈ ਕਿ ਪ੍ਰਾਚੀਨ ਭਾਰਤ ਦੇ ਹੇਠ ਲਿਖੇ ਵਿਦਵਾਨਾਂ ਵਿੱਚ ਕਿਹੜੀ ਗੱਲ ਸਾਂਝੀ ਸੀ। ਪਹਿਲਾ ਕਿ ਉਹ ਖਗੋਲ ਸ਼ਾਸਤਰੀ ਸਨ, ਦੂਸਰਾ ਉਹ ਵਿਆਕਰਨ ਸ਼ਾਸਤਰੀ ਸਨ, ਤੀਸਰਾ ਉਹ ਕਵੀ ਸਨ, ਚੌਥਾ ਉਹ ਗਣਿਤ ਸ਼ਾਸਤਰੀ ਸਨ। ਤਾਂ ਇਸ ਦਾ ਸਹੀ ਆਨਸਰ ਹੈ D, ਉਹ ਗਣਿਤ ਸ਼ਾਸਤਰੀ ਸਨ। ਨੈਕਸਟ ਸਾਡੇ ਕੋਲੇ ਕੁਐਸਚਨ ਬਣ ਰਿਹਾ ਹੈ ਕਿ ਦਾਸ ਵੰਸ਼ ਵਿੱਚ ਸ਼ਾਮਿਲ ਹੈ ਇਕੱਲਾ ਪਰਿਵਾਰ ਜਿਸਨੇ ਦਾਸਤਾਂ ਤੋਂ ਸੁਤੰਤਰਤਾ ਪ੍ਰਾਪਤ ਕੀਤੀ। ਬਹੁਤ ਸਾਰੇ ਅਸੰਬੰਧਿਤ ਪਰਿਵਾਰ ਜਿਸ ਦਾ ਮੋਢੀ ਰਾਜੇ ਦੀ ਸੇਵਾ ਕਰ ਰਿਹਾ ਦਾਸ ਸਿਪਾਹੀ ਸੀ। ਭਾਰਤੀ ਸ਼ਾਸਕ ਦੇ ਗੁਲਾਮ ਉਪਰੋਕਤ ਵਿੱਚੋਂ
कोई नहीं। तो इसका सही आंसर है बी, बहुत सारे असंबंधित परिवार जिन्हां दा मोडी राजे की सेवा कर रहा दास सिपाही सी। बी आंसर। 101 नंबर क्वेश्चन साडे कोले आ रहा है कि बुलंद दरवाजा किसने बनवाया सी? बुलंद दरवाजा किस वास्ते बनवाया गया सी? आगरे दे तख्त दे वारिस दा जन्मदिन मनाउण लई, गुजरात दी जित नूं मनाउण लई, चिश्ती संतां दे सन्मान लई, या फिर उपरोक्त सारे ही। सो गाइस, ये वाला जो बुलंद दरवाजा बनाया गया सी, यह गुजरात दे जित दी खुशी दे विच बनाया गया सीगा। यह फतेहपुर सीकरी दे विच बनया होया है बुलंद दरवाजा। 102 नंबर क्वेश्चन, उस राज अधिकारी दा की नाम सी जिसने अकबर लई शासन किया सी? पहला हुमायूं, दूसरा बाबर, तीसरा बैरम खां ते चौथा सलीम। तो इसका सही आंसर है बैरम खान। बैरम खान वह अधिकारी सी जिसने अकबर लई शासन किया सी। नेक्स्ट क्वेश्चन 103 नंबर क्वेश्चन। 103 नंबर क्वेश्चन कह रहा है कि भारत का गेटवे ऑफ इंडिया अते त्रिमूर्ति किस वास्ते बनवाए गए थे? पहला कि करमवार जॉर्ज 5वें के स्वागत लई, भारतीय फौजियों दी युद्ध विच होईयां मौतां दे सन्मान लई, पहले विश्व युद्ध विच होईयां मौतां लई। दूसरा, करमवार अंग्रेजी बादशाह के स्वागत लई, अंग्रेजी वायसराय के स्वागत लई, वेल्स के राजकुमारों के स्वागत लई। तीसरा, करमवार अंग्रेज महारानी विक्टोरिया के सन्मान लई, पहले विश्व युद्ध विच जित नूं मनाउण लई अते उन्हां दे सन्मान लई जिहड़े दूजे विश्व युद्ध विच मारे गए सन। या फिर डी, उपरोक्त विचों कोई भी नहीं। तो इसका जो सही आंसर है वह डी ही है, उपरोक्त विचों कोई भी नहीं। 104 नंबर क्वेश्चन साडे कोले आ रहा है कि मुगल साम्राज्य प्रबंध की मजबूती मौजूद सी इसके कठोर कानून विच, मनसबदारी प्रबंध विच, पितरीवादी होने की इसकी योग्यता विच, इसनूं दूजे भारतीय शासकों वालों दिते सहयोग विच। तो इसका सही आंसर है मनसबदारी प्रबंध विच। नैक्सट क्वेश्चन साडे कोले आ रहा है कि सिंह सभा लहर मोटे तौर पर कदों शुरू हुई? 18वीं सदी, 19वीं सदी, 20वीं सदी या फिर 21वीं सदी? तो है मोटे तौर पर 19वीं सदी के विच शुरू हुई सी। इस तो बाद साने एक बार फिर तो सीक्वेंस दे विच लिखना है कि हेठ लिखियां दे सही समाक्रम की पहचान करो। गुरु हरकृष्ण जी, गुरु हर राय जी, गुरु हरगोबिंद जी, गुरु अंगद देव जी, गुरु हरगोबिंद जी, गुरु अमरदास जी, गुरु नानक देव जी, गुरु अंगद देव जी, गुरु हरगोबिंद जी, उपरोक्त सारे ही। तो यदा सही जो सीक्वेंस है साडे कोल है पहला गुरु नानक देव जी, फिर गुरु अंगद देव जी, उस तो बाद 6वें गुरु हरगोबिंद जी। तो सो सही ऑप्शन सी ऑप्शन है। इस तो बाद नैक्सट क्वेश्चन है साडे कोले कि फकीर अजीजुद्दीन दीवान मोतीराम अते क्लॉड अगस्ट कोर्ट विच की सांझ है? वह विशेष प्रसिद्धि वाले खगोल विज्ञानी सन, वह महाराजा रणजीत सिंह के कर्मचारी सन, वह पहाड़े के सिपाही सन, या फिर उपरोक्त सारे ही? तो यह सही आंसर है बी कि वह महाराजा रणजीत सिंह के कर्मचारी सन। 108 नंबर क्वेश्चन, जो सरकार नूं चुंगी का सामना करना पिया जिहड़ी इस वल्लों बनाए कानून तो भिन्न सी, तां इस नूं प्रथागत कानून के नां के अंतर्गत रहन दिता। इसे इथे प्रथा नूं किवें परिभाषित किया गया सी? पहली ऑप्शन, जिस गल का चिरकाल तो आचरण किया गया है। दूजी, अजिहा विचार जिस उपर समाजिक सर्बसम्मति सी। तीसरा, अजिहा विश्वास जिसका समर्थन खापां वल्लों किया गया सी। या फिर चौथा, अजिहा विहार जिहड़ा लोकां दे इतिहास का हिस्सा सी। इसका सही आंसर है पहला, जिस गल का चिरकाल तो आचरण किया गया है। इस तो बाद साडे कोले आ रहा है 109 नंबर क्वेश्चन कि 1857 ईस्वी की बगावत नूं सिपाहियों की बगावत अते सुतंत्रता का पहला युद्ध भी आख्या जाता है। इक्को किस्म दीयां घटनावां दे समूह लई इन्हां विभिन्न नावां दा की महत्व है? पहली ऑप्शन कि इन्हां घटनावां विच मुख पात्रां की निशानदेही करना। दूसरा, भारतीय लोकां विच वस्तीवाद विरोध की मात्रा का हिसाब लगाउणा। तीसरा, इस विचों निकले विभिन्न सिटिਆਂ ਨੂੰ समझना। चौथा, उन्हां व्यक्तियों ਵੱਲੋਂ सभे प्रचार की कार्रवाई जिन्हां ने यह नाम दिते।
सो इसका सही आंसर है सी ऑप्शन, इस विचों निकले विभिन्न सिट्टियां नूं समझना। 110 नंबर क्वेश्चन, जवाहर लाल नेहरू की मौत पिछों प्रधानमंत्री कौन बनिया सी? पहली ऑप्शन साडे कोले गुलजारी लाल नंदा, दूसरी मुरारजी देसाई, तीसरी लाल बहादुर शास्त्री या फिर चौथी इंदिरा गांधी। तो इसकी साडे कोले जो सही ऑप्शन है, साडे कोले जो सही आंसर है लाल बहादुर शास्त्री। ये साडे दूसरे प्रधानमंत्री बने सी ते तीसरे प्रधानमंत्री इन्हां तो बाद ये 2 साल लिए साडे इत्थे प्रधानमंत्री रहे सी ते इन्हां तो बाद इंदिरा गांधी जो है जवाहरलाल नेहरू दी धी इंदिरा गांधी जो है वो तीसरे नंबर ते प्रधानमंत्री बनी सी। 111 नंबर क्वेश्चन कि ਉਹ ਵਿਗਿਆਨ ਜਿਹੜਾ ਪ੍ਰਿਥਵੀ ਅਤੇ ਇਸ ਦੇ ਭੋਏ ਲੱਛਣਾਂ, ਵਾਸੀਆਂ ਅਤੇ ਵਰਤਾਰੇ ਦੇ ਅਧਿਐਨ ਨਾਲ ਸੰਬੰਧਿਤ ਹੈ, ਉਸ ਨੂੰ ਅਸੀਂ ਕੀ ਕਹਾਂਗੇ? ਪਥਰਾਟ ਵਿਗਿਆਨ, ਭੂਗੋਲ ਸ਼ਾਸਤਰ, ਜੀਵ ਵਿਗਿਆਨ ਜਾਂ ਸਮਾਜ ਵਿਗਿਆਨ? ਤਾਂ ਇਸ ਨੂੰ ਅਸੀਂ ਕਹਾਂਗੇ ਭੂਗੋਲ ਸ਼ਾਸਤਰ, ਮਤਲਬ ਕਿ ਜਿਓਗ੍ਰਾਫੀ। 112 ਨੰਬਰ क्वेश्चन, ਸੂਰਜ ਮੰਡਲ ਵਿੱਚ ਤੀਜੇ ਗ੍ਰਹਿ ਨੂੰ ਹੋਰ ਕੀ ਆਖਿਆ ਜਾਂਦਾ ਹੈ? ਸਾਡੇ ਕੋਲ ਆਪਸ਼ਨਸ ਨੇਗੀਆਂ शुक्र, मंगल, पृथ्वी, वरुण। तो इसका जो तीजा ग्रह है वह पृथ्वी ही है। यदि एक सीक्वेंस बनती है कि सब तो पहला किहड़ा आउंदा, फिर किहड़ा आउंदा, फिर किहड़ा आउंदा। जो असीं जियोग्राफी शुरू करांगे पहले ही चैप्टर दे विच असीं इस चीज़ नूं कवर करांगे। 113 नंबर क्वेश्चन, पृथ्वी का आकाशी झुकाव 23.4 डिग्री है, इसका मतलब है कि पृथ्वी अपने अक्स दुआले घूमती है। पृथ्वी का साल विच विभिन्न मौसम हुंदा है। पृथ्वी के गोलार्ध साल विच वख-वख समय लई सूरज अगे प्रगट हुंदे हन। पृथ्वी एक गोला है। तो इसका सही आंसर है सी, पृथ्वी गोलार्ध साल विच वख-वख समय लई सूरज अगे प्रगट हुंदे हन। 114 नंबर क्वेश्चन, पृथ्वी के वातावरण उपर सब तो वध प्रभाव रहा परमाणु विस्फोटां पक्षों, मनुखी गतिविधियां पक्षों, रसायनिक प्रदूषण पक्षों या फिर सूरजी विकरण पक्षों? तो इसका सही आंसर है मनुखी गतिविधियां पक्षों। कहने का मतलब ह्यूमनस एक्टिविटी, जी असीं जिन्नियां भी ह्यूमन एक्टिविटीज़ करते हैं वो सारियां दी सारियां साडी धरती नूं नुकसान पहुंचा रही ने। नैक्सट क्वेश्चन, वायु प्रदूषण नूं कंट्रोल करना यह यकीनी बनाउण लई महत्वपूर्ण है कि फसलों का नुकसान ना होवे, उद्योगां नूं वायु की उचित सप्लाई मिले, साडे कोल साह लैण लई साफ हवा होवे, पशु संख्या घट ना होवे। तो इसका सही आंसर है सी, साडे कोल साह लैण लई सही साफ हवा होवे। नैक्सट क्वेश्चन, हाल ही विच भारत विच बर्फीलियां नदियां ग्लेशियरां दी अवस्था बारे काफ़ी वाद विवाद रहा। डर यह है कि ग्लेशियर वध रहे हैं, घट रहे हैं, स्थूल हो रहे हैं, गहरे हो रहे हैं? तो इसका आंसर है कि घट रहे हैं। गाइस ग्लेशियर पिघल रहे हैं जिस करके हड़ां का खतरा अक्सर वधिया रहता है। नैक्सट है साडे कोल 117 नंबर क्वेश्चन, रणजीत सागर बन किहड़े पिंड नेड़े स्थित है? पहली ऑप्शन नालडेरा, दूसरी ऑप्शन थीन, तीसरी नथप्पा ते चौथी झाकरी। यह डैम कह दिंदे असीं इहनूं ते जिहड़ा इहदा आंसर वो हैगा बी, थीन डैम ते जो है वह रणजीत सागर बन बनिया होया है। नैक्सट क्वेश्चन, भारत विच उच्चतम मिट्टी पूरित डैम है? रणजीत सागर, भाखड़ा, टहरी, हीराकुंड। तो इसका आंसर है रणजीत सागर डैम। नैक्सट क्वेश्चन कि उत्तरी भारत की तुलना विच दक्षिणी भारत विच खंड उत्पादन के तेज वाधे लई जिम्मेवार कारक किहड़ा है? गन्ने की प्रति एकड़ उच्चतर उपज, पीड़न का लंबा समा, निरंतर मजदूरी लागत, गन्ने की उच्चतर खंड मात्रा। अगे सानू फिर ऑप्शनस नेगियां कि पहली ते दूजी ठीक आ, पहली दूजी ते चौथी ठीक आ, पहली तीजी ते चौथी ठीक आ, या फिर पहली दूजी ते तीजी ठीक। तो ये पहली ऑप्शन ठीक है, दूजी ऑप्शन ठीक है, तो चौथी ऑप्शन ठीक है, मतलब कि साडा जिहड़ा बी ऑप्शन है वह सही है। नैक्सट क्वेश्चन, भारत बहुत वड्डा देश है, इस दे अंतर्गत पृथ्वी का कितना खेतर आउंदा है? 1.4%, 4.4%, 3.4% या फिर 2.4%? कहने का मतलब कि जेकर पूरी धरती इन्नी है तो इस विचों भारत का हिस्सा कितना है?
1.4%, 4.4%, 2.4% ਜਾਂ ਫਿਰ 3.4%। ਤਾਂ ਇਸ ਦਾ ਸਹੀ ਆਨਸਰ ਹੈ ਡੀ 2.4%। ਪੂਰੀ ਧਰਤੀ ਦੇ ਉੱਪਰ ਭਾਰਤ ਦਾ ਜੋ ਹਿੱਸਾ ਹੈ ਉਹ 2.4% ਹੈ। ਨੈਕਸਟ ਕੁਐਸਚਨ ਹੈ ਕਿ ਰੈੱਡ ਕਲਿਫ ਇੱਕ ਰੇਖਾ ਹੈ, ਉਹ ਕਿੰਨਾ ਵਿਚਾਲੇ ਸੀਮਾ ਨਿਸ਼ਚਿਤ ਕਰਦੀ ਹੈ। ਦੋ ਕੰਟਰੀਜ਼ ਨੇ, ਇੱਕ ਕੰਟਰੀ ਏ ਕੰਟਰੀ ਬੀ, ਉਹਨਾਂ ਦੇ ਵਿਚਕਾਰ ਜੋ ਇਹ ਬਾਰਡਰ ਲਾਈਨ ਆ, ਇਹ ਬਾਰਡਰ ਲਾਈਨ ਦਾ ਨਾਮ ਹੈਗਾ ਰੈੱਡ ਕਲਿਫ। ਤਾਂ ਫਿਰ ਜਿਹੜੀ ਇੱਧਰ ਕੰਟਰੀ ਹੈ ਤੇ ਜਿਹੜੀ ਇੱਧਰ ਕੰਟਰੀ, ਉਹਨਾਂ ਦੇ ਨਾਮ ਕੀ ਨੇ? ਭਾਰਤ ਤੇ ਪਾਕਿਸਤਾਨ, ਭਾਰਤ ਤੇ ਚੀਨ, ਭਾਰਤ ਤੇ ਮਿਆਂਮਾਰ, ਭਾਰਤ ਤੇ ਅਫਗਾਨਿਸਤਾਨ। ਤਾਂ ਇਸ ਦਾ ਸਹੀ ਆਨਸਰ ਹੈ ਭਾਰਤ ਅਤੇ ਪਾਕਿਸਤਾਨ। ਤੇ ਹੁਣ ਤੁਸੀਂ ਇਹ ਲੱਭਣਾ ਹੈ, ਇਹ ਸਰਚ ਕਰਨੀ ਹੈ ਤੇ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਹੈ ਕਿ ਭਾਰਤ ਔਰ ਚੀਨ ਦੇ ਵਿਚਕਾਰ ਜੋ ਇਹ ਬਾਰਡਰ ਲਾਈਨ ਹੈ ਉਸ ਦਾ ਨਾਮ ਕੀ ਹੈ। ਨੈਕਸਟ ਕੁਐਸਚਨ, ਕਿਹੜੀ ਜਨਗਣਨਾ ਤੋਂ ਬਾਅਦ ਇਹ ਪਤਾ ਲੱਗਾ ਕਿ ਭਾਰਤ ਦੀ ਜਨਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ? ਪਹਿਲਾ 1921 ਦੀ ਜਨਗਣਨਾ, ਦੂਸਰਾ 1931 ਦੀ ਜਨਗਣਨਾ, ਤੀਸਰਾ 51 ਦੀ ਜਾਂ ਫਿਰ ਚੌਥਾ 1901 ਦੀ। ਇਸ ਦਾ ਸਹੀ ਆਨਸਰ ਹੈ 1901 ਦੀ ਜਨਗਣਨਾ। 1901 ਦੀ ਜਨਗਣਨਾ ਦੇ ਵਿੱਚ ਸਾਨੂੰ ਇਹ ਪਤਾ ਲੱਗ ਗਿਆ ਸੀ ਕਿ ਜੋ ਭਾਰਤ ਦੀ ਆਬਾਦੀ ਹੈ ਉਹ ਕਾਫੀ ਤੇਜ਼ੀ ਦੇ ਨਾਲ ਵੱਧ ਰਹੀ ਹੈ। ਤੇ ਹੁਣ ਫਿਰ ਤੁਹਾਡੇ ਲਈ ਇੱਥੇ ਇੱਕ ਹੋਰ ਕੁਐਸਚਨ ਹੈ ਕਿ ਜੋ ਇਹ ਜਨਗਣਨਾ ਹੈ, ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਸੈਂਸਸ ਕਹਿੰਦੇ ਆ, ਜੋ ਇਹ ਸੈਂਸਸ ਹੈ ਇਹ ਹਰ ਕਿੰਨੇ ਸਾਲਾਂ ਦੇ ਬਾਅਦ ਹੁੰਦੀ ਹੈ? ਕਿੰਨੇ ਈਅਰਸ ਦੇ ਬਾਅਦ ਜੋ ਸੈਂਸਸ ਹੈ ਉਹ ਕਰਵਾਈ ਜਾਂਦੀ ਹੈ, ਸਰਕਾਰ ਵੱਲੋਂ ਕੀਤੀ ਜਾਂਦੀ ਹੈ। ਨੈਕਸਟ ਕੁਐਸਚਨ ਅਸੀਂ ਕਵਰ ਕਰਦੇ ਹਾਂ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਭਾਰਤ ਵਿੱਚ ਕੇਸਰ ਦਾ ਉਤਪਾਦਨ ਹੁੰਦਾ ਹੈ, ਜਿਸ ਨੂੰ ਅਸੀਂ ਸੈਫਰਨ ਕਹਿੰਦੇ ਹਾਂ, ਅਸਾਮ ਵਿੱਚ, ਬੰਗਾਲ ਵਿੱਚ, ਗੁਜਰਾਤ ਵਿੱਚ ਜਾਂ ਫਿਰ ਜੰਮੂ ਕਸ਼ਮੀਰ ਵਿੱਚ। ਇਸ ਦਾ ਸਹੀ ਆਨਸਰ ਹੈ ਜੰਮੂ ਕਸ਼ਮੀਰ ਵਿੱਚ। ਇਨ ਫਿਊਚਰ ਗਾਇਜ਼ ਤੁਹਾਨੂੰ ਸੈਫਰਨ ਨਾਲ, ਕੇਸਰ ਨਾਲ ਜਾਂ ਸੈਫਰਨ ਨਾਲ ਰਿਲੇਟਡ ਕੋਈ ਵੀ ਕੁਐਸਚਨ ਆ ਜਾਵੇ ਤਾਂ ਇਸ ਗੱਲ ਦਾ ਧਿਆਨ ਰੱਖਿਓ ਕਿ ਸੈਫਰਨ ਸਿਰਫ ਔਰ ਸਿਰਫ ਜੰਮੂ ਅਤੇ ਕਸ਼ਮੀਰ ਦੇ ਵਿੱਚ ਹੀ ਹੈ। ਸਿਰਫ ਔਰ ਸਿਰਫ ਜੰਮੂ ਕਸ਼ਮੀਰ ਹੀ ਹੈ ਜੋ ਸੈਫਰਨ ਦੀ ਪੈਦਾਵਾਰ ਕਰਦਾ ਹੈ, ਜੋ ਸੈਫਰਨ ਦੀ ਖੇਤੀ ਕਰਦਾ, ਜੋ ਜਿੱਥੇ ਕੇਸਰ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਸੈਫਰਨ ਨਹੀਂ ਹੈਗਾ। ਨੈਕਸਟ ਕੁਐਸਚਨ ਹੈ ਕਿ ਮਾਨਸਰੋਵਰ ਝੀਲ ਪ੍ਰਦੇਸ਼ ਤੋਂ ਕਿਹੜੇ ਦਰਿਆ ਨਿਕਲਦੇ ਹਨ? ਬ੍ਰਹਮਪੁੱਤਰ, ਸਤਲੁਜ ਤੇ ਯਮੁਨਾ, ਬ੍ਰਹਮਪੁੱਤਰ, ਸਿੰਧ ਤੇ ਸਤਲੁਜ, ਸਿੰਧ, ਜੇਹਲਮ ਤੇ ਸਤਲੁਜ, ਜੇਹਲਮ, ਸਤਲੁਜ ਤੇ ਯਮੁਨਾ। ਤਾਂ ਇੱਥੇ ਸਾਡੇ ਕੋਲੇ ਸੀ ਆਪਸ਼ਨ ਸਹੀ ਹੈ ਕਿ ਇੱਥੇ ਇੱਕ ਤਾਂ ਇੰਡਸ ਰਿਵਰ ਨਿਕਲਦੀ ਹੈ, ਇੱਕ ਜੇਹਲਮ ਨਿਕਲਦੀ ਹੈ ਤੇ ਇੱਕ ਸਤਲੁਜ ਨਿਕਲਦੀ ਹੈ। ਇਹ ਕਿੱਥੋਂ ਨਿਕਲਦੀਆਂ ਨੇ, ਕਿਵੇਂ ਨਿਕਲਦੀਆਂ ਨੇ, ਸਾਡਾ 6th ਕਲਾਸ ਦੇ ਵਿੱਚ ਵੀ ਟੌਪਿਕ ਆਉਂਦਾ ਹੈ ਤੇ 8th ਕਲਾਸ ਵੀ ਅਸੀਂ ਉਹ ਤੋਂ ਕਵਰ ਕਰਾਂਗੇ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਕਿ ਭਾਰਤ ਵਿੱਚ ਸਭ ਤੋਂ ਵੱਡਾ ਕਾਸ਼ਤ ਵਾਲਾ ਖੇਤਰ ਕਿਸ ਦੇ ਅਧੀਨ ਆਉਂਦਾ ਹੈ? ਜੌਂ ਅਤੇ ਮੱਕੀ ਦੇ ਅਧੀਨ। ਕਹਿਣ ਦਾ ਮਤਲਬ ਸਭ ਤੋਂ ਜ਼ਿਆਦਾ ਖੇਤੀ ਕਿਸ ਚੀਜ਼ ਦੀ ਕੀਤੀ ਜਾਂਦੀ ਹੈ ਭਾਰਤ ਦੇ ਵਿੱਚ? ਜੌਂ ਅਤੇ ਮੱਕੀ ਦੀ, ਝੋਨੇ, ਜਵਾਰ ਅਤੇ ਬਾਜਰੇ ਦੀ, ਕਣਕ ਦੀ ਜਾਂ ਫਿਰ ਝੋਨੇ ਦੀ। ਤਾਂ ਸਭ ਤੋਂ ਜ਼ਿਆਦਾ ਜੋ ਖੇਤੀ ਕੀਤੀ ਜਾਂਦੀ ਹੈ ਉਹ ਕੀਤੀ ਜਾਂਦੀ ਹੈ ਝੋਨੇ ਦੀ। ਨੈਕਸਟ, ਮੌਜੂਦਾ ਲੋਕ ਸਭਾ ਹੈ, ਅਸੀਂ ਗੱਲ ਕਰ ਰਹੇ ਹਾਂ 2011 ਦੀ। 2011 ਦੇ ਹਿਸਾਬ ਨਾਲ ਸਾਨੂੰ ਦੱਸਣਾ ਹੈ ਕਿ ਮੌਜੂਦਾ ਲੋਕ ਸਭਾ ਕਿੰਨਵੀਂ ਆ। ਹੁਣ ਤਾਂ ਸਾਡੇ ਕੋਲੇ 2021 ਚੱਲ ਰਿਹਾ, ਤਾਂ 2021 ਦੇ ਹਿਸਾਬ ਨਾਲ ਇਹ ਸਾਡਾ ਆਨਸਰ ਗਲਤ ਹੋਵੇਗਾ। ਮੌਜੂਦਾ ਲੋਕ ਸਭਾ ਕਿੰਨਵੀਂ ਹੈ? 13ਵੀਂ ਲੋਕ ਸਭਾ ਹੈ, 15ਵੀਂ ਲੋਕ ਸਭਾ ਹੈ, 14ਵੀਂ ਲੋਕ ਸਭਾ ਹੈ ਜਾਂ 16ਵੀਂ ਲੋਕ ਸਭਾ ਹੈ? ਸੋ ਅਗਰ ਹੁਣ ਇਹ ਕੁਐਸਚਨ ਆਉਂਦਾ ਹੈ ਤਾਂ ਤੁਸੀਂ ਇਸ ਦਾ ਧਿਆਨ ਰੱਖਣਾ ਹੈ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਸ ਦਾ ਵੀ ਆਨਸਰ ਦੱਸੋਗੇ ਕਿ ਇਸ ਟਾਈਮ ਅਕੋਰਡਿੰਗ ਟੂ 2021 ਕਿੰਨਵੀਂ ਲੋਕ ਸਭਾ ਚੱਲ ਰਹੀ ਹੈ। ਤੇ ਇਸ ਦਾ ਆਨਸਰ ਹੈ ਮੌਜੂਦਾ ਜੋ ਲੋਕ ਸਭਾ ਹੈ ਉਹ 15ਵੀਂ ਲੋਕ ਸਭਾ ਹੈ। ਇਸ ਦਾ ਆਨਸਰ 15ਵੀਂ ਲੋਕ ਸਭਾ ਹੈ, ਬਟ ਹੁਣ ਦੇ ਹਾਲਾਤਾਂ ਅਨੁਸਾਰ ਇਹ ਗਲਤ ਹੈ। ਸੋ ਹੁਣ ਤੁਸੀਂ ਸਰਚ ਕਰਕੇ ਦੱਸੋਗੇ ਮੈਨੂੰ ਕਿ 2021 ਦੇ ਵਿੱਚ ਕਿੰਨਵੀਂ ਲੋਕ ਸਭਾ ਚੱਲ ਰਹੀ ਹੈ। ਨੈਕਸਟ ਕੁਐਸਚਨ, ਭਾਰਤ ਵਿੱਚ ਮੂਲ ਅਧਿਕਾਰ ਕਾਹਦੇ ਲਈ ਡਿਜ਼ਾਈਨ ਕੀਤੇ ਗਏ ਹਨ? ਮਨੁੱਖਾਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਦੇ ਲਈ, ਇਹ ਯਕੀਨੀ ਬਣਾਉਣ ਦੇ ਲਈ ਕਿ ਸਾਰੇ ਭਾਰਤ ਦੇ ਨਾਗਰਿਕਾਂ ਵਜੋਂ ਆਪਣੇ ਜੀਵਨ ਸ਼ਾਂਤੀ ਅਤੇ ਇਕਸੁਰਤਾ ਨਾਲ ਬਤੀਤ ਕਰ ਸਕਣ, ਆਜ਼ਾਦੀ ਦੀ ਸੁਰੱਖਿਆ ਦੇ ਲਈ, ਸੁਤੰਤਰਤਾ ਦੀ ਸੁਰੱਖਿਆ ਦੇ ਲਈ। ਤਾਂ ਇਸ ਦਾ ਸਹੀ ਆਨਸਰ ਹੈ ਜੋ ਉਹ ਹੈ ਬੀ ਆਪਸ਼ਨ। ਇਹ ਯਕੀਨੀ ਬਣਾਉਣ ਲਈ ਕਿ ਸਾਰੇ ਭਾਰਤ ਦੇ ਨਾਗਰਿਕਾਂ ਵਜੋਂ ਆਪਣਾ ਜੀਵਨ ਸ਼ਾਂਤੀ ਅਤੇ ਇਕਸੁਰਤਾ ਨਾਲ ਬਤੀਤ ਕਰ ਸਕਣ। ਅਸੀਂ ਗੱਲ ਕਰ ਰਹੇ ਹਾਂ ਫੰਡਾਮੈਂਟਲ ਰਾਈਟਸ ਦੀ, ਅਸੀਂ ਗੱਲ ਕਰ ਰਹੇ ਹਾਂ ਮੂਲ ਅਧਿਕਾਰਾਂ ਦੀ। ਤਾਂ ਕੁਐਸਚਨ ਇਹ ਬਣ ਰਿਹਾ ਇੱਥੇ ਇੱਕ ਹੋਰ ਕਿ ਫੰਡਾਮੈਂਟਲ ਰਾਈਟਸ ਨੇ ਜਿਹੜੇ, ਉਹਨਾਂ ਦੀ ਗਿਣਤੀ ਕਿੰਨੀ ਆ? ਤਾਂ ਫੰਡਾਮੈਂਟਲ ਰਾਈਟਸ ਦੀ ਸਾਡੀ ਜੋ ਗਿਣਤੀ ਹੈ ਉਹ ਹੈ 6। ਪਹਿਲਾਂ ਇਹ 7 ਹੁੰਦੀ ਸੀ, ਅਗਰ ਅਸੀਂ ਓਰੀਜਨਲੀ ਗੱਲ ਕਰੀਏ 7 ਹੁੰਦੀ ਸੀ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਘਟਾ ਕੇ 6 ਕਰ ਦਿੱਤਾ ਗਿਆ ਸੀ।
दूसरा क्वेश्चन बन रहा है कि किन्ने तो किन्ने आर्टिकल ने जो फंडामेंटल राइट्स कवर कर रहे हैं, तो आर्टिकल 12 तो लेके आर्टिकल 35 तक साडे कोले फंडामेंटल राइट्स जो है वो कवर हो रहे हैं। नेक्स्ट क्वेश्चन के संपत्ति का अधिकार मतलब कि राइट टू प्रॉपर्टी की है, मूल अधिकार है, कानूनी अधिकार है, नागरिक का अधिकार है, या फिर सारे ही ने। मूल अधिकार मतलब कि फंडामेंटल राइट, नागरिक का अधिकार मतलब कि सिटीजन का राइट, कानूनी अधिकार मतलब कि लीगल राइट। ਜਿਹੜੇ ਮੈਂ ਹੁਣੇ ਦੱਸਿਆ ਹੈ ਕਿ ਪਹਿਲਾਂ 7 ਰਾਈਟ ਹੁੰਦੇ ਸੀਗੇ ਸਾਡੇ ਕੋਲੇ, ਫੰਡਾਮੈਂਟਲ ਰਾਈਟ 7 ਹੁੰਦੇ ਸੀਗੇ, ਹੁਣ 6 ਕਰ ਦਿੱਤੇ ਗਏ ਨੇ। ਤਾਂ ਇਹ ਕੁਐਸਚਨ ਤਾਂ ਆਪਣੇ ਆਪ ਖਤਮ ਹੋ ਜਾਊਗਾ, ਇਹ ਆਪਸ਼ਨ ਆਪਣੇ ਆਪ ਖਤਮ ਹੋ ਜਾਊਗਾ। ਮੂਲ ਅਧਿਕਾਰ ਹੁਣੇ ਨਹੀਂ ਰਿਹਾ, ਕਿਉਂਕਿ ਪਹਿਲਾਂ ਹੁੰਦਾ ਸੀਗਾ, ਹੁਣੇ ਨਹੀਂ ਹੈਗਾ। ਤਾਂ ਅਗਰ ਇਹ ਨਹੀਂ ਰਿਹਾ ਤਾਂ ਆਟੋਮੈਟਿਕਲੀ ਇਹ ਵਾਲੀ ਆਪਸ਼ਨ ਵੀ ਖਤਮ ਹੋ ਗਈ ਕਿ ਸਾਰੇ ਹੀ। ਔਰ ਨਾਗਰਿਕਾਂ ਦੇ ਅਧਿਕਾਰ ਬਹੁਤ ਸਾਰੇ ਹੁੰਦੇ ਨੇ, ਇਹ ਵੀ ਅਸੀਂ ਇੱਥੇ ਕਵਰ ਨਹੀਂ ਕਰ ਸਕਦੇ। ਸੋ ਸਾਡਾ ਜੋ ਸਹੀ ਆਨਸਰ ਹੈ ਉਹ ਹੈ ਲੀਗਲ ਰਾਈਟ। ਲੀਗਲ ਰਾਈਟ ਜੋ ਹੈ ਉਹ ਸਾਡਾ ਸਹੀ ਆਨਸਰ ਹੈ। ਸੋ ਇੱਥੇ ਤੁਸੀਂ ਇੱਕ ਚੀਜ਼ ਦੇਖੀ ਹੋਵੇਗੀ ਕਿ ਤੁਹਾਨੂੰ ਆਪਸ਼ਨ ਨੂੰ ਐਲੀਮੀਨੇਟ ਕਿਵੇਂ ਕਰਨਾ ਹੈ, ਆਪਸ਼ਨ ਐਲੀਮੀਨੇਟ ਕਰਕੇ ਆਪਣੇ ਕੋਲ ਇੱਕ ਘੱਟ ਆਪਸ਼ਨਾਂ ਕਿਵੇਂ ਲੈ ਕੇ ਆਉਣੀਆਂ ਨੇ, ਇਹ ਵੀ ਤੁਹਾਨੂੰ ਧਿਆਨ 'ਚ ਰੱਖਣਾ ਹੈ। ਇਹ ਵੀ ਕਾਰਾਗਰੀ ਹੁੰਦੀ ਹੈ ਪੇਪਰ ਸੋਲਵ ਕਰਨ ਦੀ। ਸੋ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਧਿਆਨ 'ਚ ਰੱਖਣੀਆਂ ਹੋਣਗੀਆਂ। ਨੈਕਸਟ ਕੁਐਸਚਨ ਦੀ ਅਸੀਂ ਗੱਲ ਕਰਦੇ ਹਾਂ। ਭਾਰਤੀ ਸੰਸਦ ਦੇ ਪ੍ਰਸੰਗ ਵਿੱਚ JPC ਦਾ ਪੂਰਨ ਰੂਪ ਕੀ ਹੈ? ਅਸੀਂ ਇੱਥੇ JPC ਦੀ ਫੁੱਲ ਫਾਰਮ ਦੱਸਣੀ ਹੈ। ਜੁਆਇੰਟ ਪਾਰਲੀਮੈਂਟ ਕੌਂਸਲ, ਜਸਟ ਪਾਰਲੀਮੈਂਟ ਕੰਸਲਟਿੰਗ, ਜੁਆਇੰਟ ਪਾਰਲੀਮੈਂਟਰੀ ਕਮੇਟੀ, ਜੁਆਇੰਟ ਪਾਰਲੀਮੈਂਟ ਕੰਸਲਟਿੰਗ। ਤਾਂ ਇਸ ਦਾ ਸਹੀ ਆਨਸਰ ਹੈ C, ਜੁਆਇੰਟ ਪਾਰਲੀਮੈਂਟਰੀ ਕਮੇਟੀ। ਕੁਐਸਚਨ ਨੰਬਰ 130 ਕਿ ਸੰਵਿਧਾਨ ਦਾ ਅਨੁਛੇਦ 370 ਕਿਹੜੇ ਰਾਜ ਨਾਲ ਸੰਬੰਧਿਤ ਹੈ? ਇਹ ਕਾਫੀ ਚਰਚਾ ਦੇ ਵਿੱਚ ਰਿਹਾ ਹੈ 2020 ਦੇ ਵਿੱਚ, ਜਿਹਦੇ ਕਰਕੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਕਾਫੀ ਲੰਬਾ ਸਮਾਂ ਕਰਫਿਊ ਵੀ ਲੱਗਿਆ ਰਿਹਾ ਹੈ। ਤਾਂ ਮੇਰੇ ਖਿਆਲ 'ਚ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਜੋ ਆਰਟੀਕਲ 370 ਹੈ, ਆਰਟੀਕਲ 370 ਹੈ, ਇਹ ਜੰਮੂ ਕਸ਼ਮੀਰ ਨਾਲ ਰਿਲੇਟ ਕਰ ਰਿਹਾ ਹੈ। ਜੰਮੂ ਕਸ਼ਮੀਰ ਦੇ ਨਾਲ ਹੀ ਆਰਟੀਕਲ 370 ਦੇ ਨਾਲ ਹੀ ਪਿੱਛੇ ਆਪਣੇ 2020 ਦੇ ਵਿੱਚ 2020 ਦੇ ਵਿੱਚ ਆਰਟੀਕਲ 370 ਨੂੰ ਖਤਮ ਕਰ ਦਿੱਤਾ ਗਿਆ ਸੀਗਾ। ਮਤਲਬ ਕਿ ਜੋ ਜੰਮੂ ਕਸ਼ਮੀਰ ਨੂੰ ਇੱਕ ਸਪੈਸ਼ਲ ਸਟੇਟਸ ਦਿੱਤਾ ਜਾਂਦਾ ਸੀ ਅੰਡਰ ਆਰਟੀਕਲ 370, ਉਹ ਸਪੈਸ਼ਲ ਸਟੇਟਸ ਖਤਮ ਕਰ ਦਿੱਤਾ ਗਿਆ। 370 ਦੇ ਨਾਲ ਨਾਲ ਇੱਕ ਹੋਰ ਆਰਟੀਕਲ ਹੈ ਜਿਸ ਨੂੰ ਕਿ 35A ਕਿਹਾ ਜਾਂਦਾ ਹੈ। ਇਹ ਵਾਲਾ ਆਰਟੀਕਲ ਵੀ ਇਸੇ ਸੰਦਰਭ ਦੇ ਵਿੱਚ ਵਰਤਿਆ ਜਾਂਦਾ ਸੀ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਲੋਕ ਅਦਾਲਤ ਹੈ ਮਤਲਬ ਕਿ ਲੋਕ ਅਦਾਲਤ ਕੀ ਹੈ? ਸਭ ਨਾਲੋਂ ਉੱਪਰ ਆਪਸ਼ਨ ਆਈ ਥਿੰਕ ਇੱਥੇ ਨੇ ਮਿਸਪ੍ਰਿੰਟ ਕੀਤੀ ਹੋਈ ਹੈ ਕਿ ਜੋ ਸਾਰੇ ਨੇ ਆਲ ਆਫ ਥੀਸ ਸਾਰਾ ਕੁਝ ਹੀ, ਜਾਂ ਫਿਰ ਸਮਝੌਤੇ ਜਾਂ ਨਿਪਟਾਰੇ ਰਾਹੀਂ ਝਗੜਿਆਂ ਦਾ ਸਮਾਪਨ ਕਰਨ ਵਾਲੀ ਅਦਾਲਤ, ਝਗੜਿਆਂ ਦੇ ਨਿਪਟਾਰੇ ਲਈ ਲਏ ਵਕਤ ਨੂੰ ਘਟਾਉਣ ਲਈ ਡਿਜ਼ਾਈਨ ਕੀਤੀ ਅਦਾਲਤ, ਲੋਕਾਂ ਵੱਲੋਂ ਚਲਾਈ ਜਾਂਦੀ ਅਦਾਲਤ। ਤਾਂ ਇਸ ਦਾ ਸਹੀ ਆਨਸਰ ਹੈ ਸਮਝੌਤੇ ਜਾਂ ਨਿਪਟਾਰੇ ਰਾਹੀਂ ਝਗੜਿਆਂ ਦਾ ਸਮਾਪਨ ਕਰਨ ਵਾਲੀ ਅਦਾਲਤ, ਉਸ ਨੂੰ ਅਸੀਂ ਲੋਕ ਅਦਾਲਤ ਕਹਿੰਦੇ ਹਾਂ। ਇਹ ਅਕਸਰ ਪਿੰਡਾਂ ਦੇ ਵਿੱਚ ਦੇਖੀਆਂ ਜਾਂਦੀਆਂ ਨੇ। ਨੈਕਸਟ ਕੁਐਸਚਨ ਹੈ ਭਾਰਤ ਦੇ ਲੋਕਾਂ ਦੀ ਭਾਸ਼ਾ ਪ੍ਰਦੇਸ਼ਾਂ ਵਿੱਚ ਵੰਡ ਇਸ ਸਿਧਾਂਤ ਦੇ ਆਧਾਰਿਤ ਸੀ। ਭਾਰਤ ਦੇ ਲੋਕਾਂ ਦੀ ਭਾਸ਼ਾਈ ਪ੍ਰਦੇਸ਼ਾਂ ਵਿੱਚ ਵੰਡ ਇਸ ਸਿਧਾਂਤ ਦੇ ਆਧਾਰਿਤ ਸੀ। ਮਤਲਬ ਕਿ ਇਹਨਾਂ ਵਿੱਚੋਂ ਕਿਹੜਾ ਸਿਧਾਂਤ ਹੈ ਜਿਹੜਾ ਉਹਨਾਂ ਦੇ ਲੋਕਾਂ ਦੀ ਭਾਸ਼ਾ ਪ੍ਰਦੇਸ਼ ਨਾਲ ਸੰਬੰਧਿਤ ਹੈ? ਪਹਿਲਾ ਕਿ ਲੋਕਾਂ ਨੂੰ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਪ੍ਰਸ਼ਾਸਨ ਦੇਣ ਦਾ ਕੰਮ ਆਪਣੇ ਆਪ ਵਿੱਚ ਚੰਗਾ ਕੰਮ ਸੀ। ਦੂਸਰਾ ਕਿ ਸਥਾਨਕ ਭਾਸ਼ਾਵਾਂ ਦੀ ਵਰਤੋਂ ਪ੍ਰਸ਼ਾਸਨ ਨੂੰ ਸੌਖਾ ਬਣਾਉਂਦੀ ਹੈ। ਤੀਸਰਾ ਕਿ ਭਾਸ਼ਾ ਮਹੱਤਵਪੂਰਨ ਬੰਧਨ ਹੈ ਜਿਹੜਾ ਲੋਕਾਂ ਨੂੰ ਜੋੜਦਾ ਹੈ ਅਤੇ ਉਹਨਾਂ ਲਈ ਪਛਾਣ ਬਣਾਉਂਦਾ ਹੈ। ਤੇ ਚੌਥਾ ਇਹ ਸਾਰੇ ਹੀ। ਤਾਂ ਇਸ ਦਾ ਸਹੀ ਆਨਸਰ ਹੈ ਇਹ ਸਾਰੇ ਹੀ। ਨੈਕਸਟ ਕੁਐਸਚਨ ਹੈ ਕਿ ਰੋਜ਼ੀ ਕਮਾਉਣਾ ਮੇਕਿੰਗ ਅ ਲਿਵਿੰਗ ਇਜ਼ ਰੋਜ਼ੀ ਕਮਾਉਣਾ ਕੀ ਹੈ? ਸਰਕਾਰ ਵੱਲੋਂ ਸਾਨੂੰ ਦਿੱਤਾ ਗਿਆ ਅਧਿਕਾਰ ਰੱਬੀ ਅਧਿਕਾਰ ਹੈ, ਰੱਬ ਵੱਲੋਂ ਦਿੱਤਾ ਅਧਿਕਾਰ, ਜਾਂ ਫਿਰ ਅਦਾਲਤਾਂ ਵੱਲੋਂ ਦਿੱਤਾ ਅਧਿਕਾਰ, ਜਾਂ ਫਿਰ ਮੂਲ ਅਧਿਕਾਰ ਫੰਡਾਮੈਂਟਲ ਰਾਈਟ। ਅਸੀਂ ਉੱਪਰ ਵੀ ਕਵਰ ਕੀਤਾ ਹੈ ਕਿ ਫੰਡਾਮੈਂਟਲ ਰਾਈਟ ਕਿੰਨੇ ਨੇ, 12 ਤੋਂ 35 ਦੇ ਵਿੱਚ ਫੰਡਾਮੈਂਟਲ ਰਾਈਟ ਉਹਨਾਂ ਦੇ 6 ਨੇ। 6 ਦੇ ਵਿੱਚੋਂ ਗਾਇਸ ਸਾਡੇ ਕੋਲ ਇੱਕ ਰਾਈਟ ਆ, ਰਾਈਟ ਟੂ ਵਰਕ ਕਰਨਾ, ਰਾਈਟ ਟੂ ਵਰਕ ਸਾਡਾ ਇੱਕ ਰਾਈਟ ਆ। ਸੋ ਇਹ ਇੱਕ ਫੰਡਾਮੈਂਟਲ ਰਾਈਟ ਆ। ਹੁਣ ਤੁਸੀਂ ਆਈ ਥਿੰਕ ਅੰਦਾਜ਼ਾ ਲਗਾ ਸਕਦੇ ਹੋ ਕਿ ਫੰਡਾਮੈਂਟਲ ਰਾਈਟ ਆਪਣੇ ਆਪ ਦੇ ਵਿੱਚ ਕਿੰਨਾ ਇੰਪੋਰਟੈਂਟ ਬਣਦਾ ਜਾ ਰਿਹਾ। ਇਸ ਦੇ ਵਿੱਚੋਂ ਹੁਣ ਤੱਕ 3 ਕੁਐਸਚਨ ਆ ਚੁੱਕੇ ਨੇ ਫੰਡਾਮੈਂਟਲ ਰਾਈਟ ਦੇ ਵਿੱਚੋਂ। ਸੋ ਬਹੁਤ ਧਿਆਨ ਦੇ ਨਾਲ ਕਵਰ ਕਰਨਾ ਸੀ ਸਾਰਾ ਕੁਝ ਹੀ। ਅੱਗੇ ਵੀ ਹੋਰ ਕੁਐਸਚਨ ਦੇਖ ਰਹੇ ਹਾਂ ਅਸੀਂ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ 134 ਨੰਬਰ ਕੁਐਸਚਨ ਕਿ ਕਰਾਧਾਨ ਜਿਵੇਂ ਆਮਦਨੀ ਕਰ,
ਆਬਕਾਰੀ, ਚੁੰਗੀ, ਮਾਲਗੁਜ਼ਾਰੀ ਆਦਿ ਦੇ ਰੂਪ ਵਿੱਚ ਸਰਕਾਰ ਵੱਲੋਂ ਪ੍ਰਾਪਤ ਸਾਰੀ ਆਮਦਨੀ ਬਣਾਉਂਦੀ ਹੈ ਕੌਣ? ਭਾਰਤ ਸਰਕਾਰ ਬਣਾਏਗੀ। ਭਾਰਤ ਦਾ ਆਕਸਮਿਕਤਾ ਫੰਡ ਬਣਾਏਗਾ, ਭਾਰਤ ਦਾ ਸੰਚਿਤ ਫੰਡ ਬਣਾਏਗਾ, ਜਾਂ ਫਿਰ ਉਪਰੋਕਤ ਸਾਰੇ ਹੀ ਬਣਾਉਣਗੇ। ਤਾਂ ਇਸ ਦਾ ਸਹੀ ਆਨਸਰ ਹੈ ਕੰਸੋਲੀਡੇਟਡ ਫੰਡ ਆਫ ਇੰਡੀਆ, ਭਾਰਤ ਦਾ ਸੰਚਿਤ ਫੰਡ। ਇੱਥੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹਾਂਗਾ ਤੁਹਾਨੂੰ, ਉਹ ਇਹ ਹੈ ਕਿ ਕੋਸ਼ਿਸ਼ ਕਰੋ ਕਿ ਜੇ ਤੁਸੀਂ ਇੰਗਲਿਸ਼ ਟੱਚ ਰਹੋ। ਇੰਗਲਿਸ਼ ਦੇ ਵਿੱਚ ਕਿਉਂਕਿ ਵਰਡਿੰਗ ਆਸਾਨ ਹੁੰਦੀ ਹੈ, ਪੰਜਾਬੀ ਦੇ ਵਿੱਚ ਕਈ ਵਾਰੀ ਬਹੁਤ ਜ਼ਿਆਦਾ ਪਿਓਰ ਪੰਜਾਬੀ 'ਚ ਆ ਜਾਂਦੇ ਨੇ, ਡੂੰਘੀ ਪੰਜਾਬੀ 'ਚ ਆ ਜਾਂਦੇ ਨੇ, ਜੋ ਵਰਡ ਸਾਨੇ ਪਹਿਲਾਂ ਕਦੇ ਸੁਣੇ ਹੀ ਨਹੀਂ ਹੁੰਦੇ, ਬਟ ਟੌਪਿਕ ਸਾਨੂੰ ਕਨਫਰਮ ਹੁੰਦਾ ਹੈ। ਵਰਡਿੰਗ ਦਾ ਭੁਲੇਖਾ ਖਾ ਕੇ ਅਸੀਂ ਅਕਸਰ ਕਨਫਿਊਜ਼ ਹੋ ਜਾਂਦੇ ਹਾਂ ਤੇ ਗਲਤ ਆਪਸ਼ਨ ਤੇ ਟਿਕ ਕਰ ਆਉਂਦੇ ਹਾਂ। ਤਾਂ ਕੋਸ਼ਿਸ਼ ਕਰਿਆ ਕਰੋ ਕਿ ਇੰਗਲਿਸ਼, ਕਿਉਂਕਿ ਅੱਜ ਕੱਲ੍ਹ ਸਾਡਾ ਇੰਗਲਿਸ਼ ਫਲੋ ਜ਼ਿਆਦਾ ਹੈ, ਜਾਂ ਫਿਰ ਅਸੀਂ ਇੰਗਲਿਸ਼ ਦੇ ਵਿੱਚ ਇੰਗਲਿਸ਼ ਵਰਡਿੰਗ ਜ਼ਿਆਦਾ ਯੂਜ਼ ਕਰਦੇ ਹਾਂ, ਤਾਂ ਕੋਸ਼ਿਸ਼ ਕਰਿਆ ਕਰੋ ਕਿ ਸਾਡਾ ਜਿਹੜਾ ਕੁਐਸਚਨ ਨੇ ਉਹ ਅਸੀਂ ਇੰਗਲਿਸ਼ 'ਚ ਕਵਰ ਕਰ ਸਕੀਏ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਹੈ ਕਿ ਭਾਰਤ ਦੀ ਸੰਸਦੀ ਪ੍ਰਣਾਲੀ ਕਿਹੜੇ ਸਿਧਾਂਤ ਉੱਪਰ ਆਧਾਰਿਤ ਹੈ? ਭਾਰਤ ਦਾ ਜੋ ਪਾਰਲੀਮੈਂਟਰੀ ਸਿਸਟਮ ਹੈ ਉਹ ਕਿਸ ਚੀਜ਼ ਦੇ ਉੱਪਰ ਬੇਸਡ ਹੈ? ਵੋ ਗਿਣਤੀ ਵੋਟਾਂ ਦੀ ਚੋਣ ਪ੍ਰਣਾਲੀ, ਜਾਂ ਫਿਰ ਅਨੁਪਾਤਿਕ ਪ੍ਰਤੀਨਿਧਤਾ, ਜਾਂ ਫਿਰ ਵੋ ਗਿਣਤੀ ਵੋਟ, ਜਾਂ ਫਿਰ ਲੋਕ ਪ੍ਰਚਲਿਤ ਲੋਕਤੰਤਰ। मतलब कि फर्स्ट पास्ट द पोस्ट, प्रोपोर्शनल रिप्रेजेंटेशन, बहुगिनती मेजोरिटी वोट, या फिर लोक प्रचलित लोकतंत्र। इसका सही आंसर है बहुगिनती वोट प्रणाली। तो हुण सवाल यह उठ रहा है कि बहुगिनती वोटां की प्रणाली, इसनूं असीं FPTP कहने आ। FPTP की हुंदा है? अनुपातिक प्रतिनिधिता। इसनूं असीं PR कहंदे आ। PR हुंदी है प्रोपोर्शनल रिप्रेजेंटेशन। ये एक्चुअल दे विच हुंदियां की ने, इन्हां बारे असीं डिटेल च गल करांगे जदों असीं साडे इंडिया दा इलैक्शन सिस्टम पढ़ांगे, क्योंकि साडे इंडिया दे विच FPTP भी यूज़ हुंदी है, साडे इंडिया दे विच PR भी यूज़ हुंदी है। ये दोने की ने, इन्हां बारे असीं डिटेल दे विच गल करांगे जदों असीं अपना चैप्टर कवर कर रहे होवांगे। ओके, नैक्सट क्वेश्चन साडे कोल आ रहा है कि प्रसार भारती है। प्रसार भारती की है? एक भारत का लोक सेवा प्रसारण है, कोई NGO है, कोई TV संगठन है, या फिर है रेडियो ऑर्गेनाइजेशन है। तो इसका सही जो आंसर है वो है भारत का लोक सेवा प्रसारण, अ पब्लिक सर्विस ब्रॉडकास्ट ऑफ इंडिया। तुमने अक्सर सुनिया होगा प्रसार भारती TV के उपर या खबरों के इस बारे तुमने अक्सर गल की होगी, अक्सर सुनिया होगा तुमने इस चीज़ बारे। नैक्सट क्वेश्चन है कि नारीवाद किस वल संकेत करता है? यह एक विचारधारा कि औरतों को बराबर समझना चाहिए है, यह विचारधारा कि औरतों को शासन करना चाहिए है, यह विचारधारा कि पुरुषों को शासन करना चाहिए है, यह विचारधारा कि औरतों को पुरुषों नालों वधेरे मौके प्रदान करने चाहिए हैं। तो इसका सही आंसर है ए कि यह विचारधारा कि औरतों को बराबर समझना चाहिए है। नैक्सट क्वेश्चन कि भारत के चीफ जस्टिस की नियुक्ति कौन करता है? गाइज इस दे विचों ही ना एक क्वेश्चन पक्का आंदा ही आंदा है कि भारत के चीफ जस्टिस की नियुक्ति कौन करता है, भारत के प्रधानमंत्री की नियुक्ति कौन करता है, राष्ट्रपति की नियुक्ति कौन करता है, या फिर राष्ट्रपति किसनूं रिजाइन दिंदा है, या फिर उपराष्ट्रपति किसनूं रिजाइन दिंदा है, जो प्रधानमंत्री ने रिजाइन देना वो किनूं देवेगा, गवर्नर की नियुक्ति कौन करता है, मतलब कि गवर्नर जो अपने राज्यों के विच स्टेट्स के गवर्नर होंगे उन्होंने नियुक्त कौन करता है, उन्होंने अपॉइंट कौन करता है, या फिर जजेस को अपॉइंट कौन करता है, चीफ जस्टिस ऑफ इंडिया को अपॉइंट कौन करता है। इस तरह चीफ जस्टिस ऑफ इंडिया का असीं गल ही कर रहे हैं। इस तरह थोड़ा कोई ना कोई क्वेश्चन देखने को मिलेगा ही मिलेगा। सो इस चीज़ पर भी थोड़े बहुत कंसनट्रेशन देनी है, बहुत ध्यान रखना है। इसका सही आंसर है कि भारत के जो चीफ जस्टिस की नियुक्ति है वह साडे भारत का राष्ट्रपति करता है। इत्थे यह भी एक ट्रिक आप मान सकते हैं कि मैक्सीमम जो अपॉइंटमेंट्स ने वो राष्ट्रपति द्वारा होंदियां ने, बट एक्चुअल दे विच करदा प्रधानमंत्री। मोहर लगती है राष्ट्रपति की, किवें लगती है, की सिस्टम आ, यह भी असीं लैक्चरस दे विच ही कवर करांगे। जदों असीं क्वेश्चन सीरीज तो बाद लैक्चर शुरू करांगे तो उहदे विच तुहानूं यह भी दस्सिया जाएगा कि किवें हुंदा है। नैक्सट क्वेश्चन है कि भारत विच सेना का सुप्रीम कमांडर कौन होंदा है? यह भी काफ़ी फेमस क्वेश्चन रहा है PS टेट वालों का, काफ़ी बार उन्होंने रिपीट भी किया है कि भारत विच सेना का सुप्रीम कमांडर कौन है। मतलब कि सुप्रीम कमांडर ऑफ द मिलिट्री इन इंडिया इज राष्ट्रपति होगा, गृह मंत्री होगा, प्रधानमंत्री होगा, या रक्षा मंत्री होगा। तो इसनों तुसीं चाहे रट्टा लगा लो, चाहे तुसीं इहनूं अपने जहन च बिठा लवो फ्यूचर वास्ते कि राष्ट्रपति कोई मर्जी होवे, राष्ट्रपति नूं नाल एक होर डेजिग्नेशन दी जाती है, नाल एक होर ओहदा दिता जाता है कि वह सेना का सुप्रीम कमांडर होंदा है। साडे कोल तीन तरह की सेना है, हवाई सेना, जल सेना, थल सेना, है ना,
एयर फोर्स हो गई, साडे कोले आर्मी हो गई या फिर नेवी हो गई, इन्हां सारियां दा जो एक कमांडर होवेगा, चीफ कमांडर होवेगा, वो प्रेजिडेंट हुंदा है। इस चीज़ का तुसीं ध्यान रखना है। नैक्सट क्वेश्चन है कि नागरिक अधिकारां दी सुरक्षा अधिनियम किस वास्ते तैयार किया गया सी? द प्रोटैक्शन ऑफ सिविल राइट्स एक्ट वाज डिजाइनड टू ਵਿਅਕਤੀਆਂ ਦੇ ਨਾਗਰਿਕ ਅਧਿਕਾਰਾਂ ਨੂੰ ਨਿਸ਼ਚਿਤ ਕਰਨਾ, ਛੂਆ-ਛੂਤ ਦੇ ਵਿਵਹਾਰ ਲਈ ਸਜ਼ਾ ਨਿਸ਼ਚਿਤ ਕਰਨਾ, ਸਮਾਜਿਕ ਸਮੂਹਾਂ ਦੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਕਰਨੀ, ਜਾਂ ਫਿਰ ਨਾਗਰਿਕਾਂ ਦੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਕਰਨੀ। ਤਾਂ ਇਸ ਦਾ ਸਹੀ ਆਨਸਰ ਜੋ ਹੈ ਉਹ ਹੈ ਡੀ ਆਪਸ਼ਨ, ਨਾਗਰਿਕਾਂ ਦੇ ਨਾਗਰਿਕ ਅਧਿਕਾਰਾਂ ਦੀ। मतलब कि ਸਾਡੇ ਇੱਕ ਸਿਵਲ ਰਾਈਟਸ ਹੁੰਦੇ ਨੇ। ਹੁਣ ਸਿਵਲ ਰਾਈਟ ਕੀ ਹੁੰਦੇ ਨੇ ਅਸੀਂ ਇਹ ਵੀ ਜ਼ਿਕਰ ਕਰਾਂਗੇ, ਡਿਸਕਸ ਕਰਾਂਗੇ। ਸਿਵਲ ਰਾਈਟਸ ਦੀ ਪ੍ਰੋਟੈਕਸ਼ਨ ਕਰਨੀ, ਇਸ ਵਾਸਤੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਅਧਿਨਿਯਮ ਤਿਆਰ ਕੀਤਾ ਗਿਆ ਸੀ। ਅਧਿਨਿਯਮ ਨੂੰ ਅਸੀਂ ਇੰਗਲਿਸ਼ 'ਚ ਐਕਟ ਕਹਿੰਦੇ ਹਾਂ। ਨੈਕਸਟ ਕੁਐਸਚਨ ਹੈ ਕਿ ਸਮਾਜ ਵਿਗਿਆਨ ਅਧਿਐਨ ਕਰਦਾ ਹੈ। ਸਮਾਜ ਵਿਗਿਆਨ मतलब कि ਸੋਸ਼ਲ ਸਾਇੰਸ ਜਿਸ ਦੀ ਅਸੀਂ ਤਿਆਰੀ ਕਰ ਰਹੇ ਹਾਂ, ਜਿਸ ਦੇ ਅਸੀਂ ਟੀਚਰ ਬਣ ਰਹੇ ਹਾਂ, ਇਹ ਕਿਸ ਚੀਜ਼ ਦਾ ਅਧਿਐਨ ਹੈ, ਕਿਸ ਚੀਜ਼ ਦੀ ਸਟੱਡੀ ਹੈ? ਸਮਾਜ ਦੀ, ਵਿਅਕਤੀਆਂ ਦੀ, ਸਰਕਾਰਾਂ ਦੀ ਜਾਂ ਫਿਰ ਦਰਸ਼ਨ ਸ਼ਾਸਤਰਾਂ ਦੀ। ਤਾਂ ਇਸ ਦਾ ਜੋ ਸਹੀ ਆਨਸਰ ਹੋਵੇਗਾ ਗਾਇਜ਼ ਉਹ ਹੋਵੇਗਾ ਸੁਸਾਇਟੀ। ਸੁਸਾਇਟੀਆਂ ਦਾ ਇਹ ਅਸੀਂ ਮੁਆਇਨਾ ਕਰਦੇ ਹਾਂ, ਅਸੀਂ ਸੁਸਾਇਟੀਜ਼ ਨੂੰ ਕੰਪੇਅਰ ਕਰਦੇ ਹਾਂ, ਅਸੀਂ ਦੇਖਦੇ ਹਾਂ ਕਿ ਸੁਸਾਇਟੀਜ਼ ਕੀ ਨੇ, ਕਿਵੇਂ ਕੰਮ ਕਰਦੀਆਂ ਨੇ, ਸਾਰਾ ਕੁਝ ਅਸੀਂ ਇਹੀ ਕਵਰ ਕਰਦੇ ਹਾਂ। ਅਗਰ ਅਸੀਂ ਸਰਕਾਰਾਂ ਦੀ ਗੱਲ ਕਰ ਲਈਏ, ਫੰਡਾਮੈਂਟਲ ਰਾਈਟਸ ਦੀ ਗੱਲ ਕਰ ਲਈਏ, ਫੰਡਾਮੈਂਟਲ ਡਿਊਟੀਜ਼ ਦੀ ਗੱਲ ਕਰ ਲਈਏ, ਸਿਟੀਜ਼ਨਸ਼ਿਪ ਦੀ ਗੱਲ ਕਰ ਲਈਏ, ਕਿਵੇਂ ਨਾ ਕਿਵੇਂ ਹਰ ਇੱਕ ਚੀਜ਼ ਦਾ ਜੋ ਰਿਲੇਸ਼ਨ ਆ ਉਹ ਸਮਾਜ ਨਾਲ ਜਾ ਕੇ ਮਿਲਦਾ ਹੈ। ਨੈਕਸਟ ਕੁਐਸਚਨ ਹੈ ਕਿ ਇਹ ਸਤਰਾਂ ਕਿਸ ਦੀਆਂ ਹਨ? ਇਹ ਸਤਰਾਂ ਕਿਸ ਨੇ ਲਿਖੀਆਂ? ਵੇਅਰ ਦ ਮਾइंड इज विदाउट फियर, कि जिथे जो दिमाग है वह डर तो बिना होता है। वेयर द माइंड इज विदाउट फियर, महात्मा गांधी ने कहा सी, स्वामी विवेकानंद ने कहा सी, या फिर गुरुदेव रविंद्रनाथ टैगोर ने कहा सी, या फिर सरदार भगत सिंह ने कहा सी। तो इसका सही आंसर है गुरुदेव रविंद्रनाथ टैगोर। नैक्सट क्वेश्चन है साडे कोले कि समाज विग्यानां दे अध्ययन विच एक जटिलता इस तत्थ विच है कि उन्हां दा विषा सदा परिवर्तनशील रहता है, अति जटिल है, अस्तित्वहीन है, स्थानीयकरण है। ਹੁਣ देखो किन्ने ज़्यादा कन्फ्यूजड जो है या फिर किन्ने ज़्यादा प्योर वर्डिंग यूज़ की गई है। तो इसका एवर चेंजिंग मतलब कि हमेशा जो समाज विज्ञान का अध्ययन है, असं जो ये स्टडी करते हैं, सोशल स्टडीज़ ही करते हैं, अध्यापन करते हैं, ये अक्सर चेंज होता रहता है, एवर चेंजिंग आ, या फिर वेरी कंपलैक्स आ, काफ़ी ज़्यादा जटिल है, या फिर अस्तित्वहीन है मतलब कि नॉन एग्जिस्टेंस है, यदि कोई एग्जिस्टेंस ही नहीं हैगी, या फिर स्थानीकृत है कि लोकल रहता है। तो इसका आंसर है सदा परिवर्तनशील। तुसीं देखिया होवेगा कि समाज कदे भी एक तरह का नहीं रहिंदा, समाज हमेशा बदलता रहता है। वो किवें बदलता रहता? साडे कोले सो मैनी एग्जाम्पल्स ने। असीं ये भी क्लास दे विच जो असीं सोसाइटी बारे पढ़ रहे होवांगे तां असीं ये भी क्लास दे विच डिस्कस करांगे। नैक्सट क्वेश्चन है बच्चे की सिक्ख्या कित्थे हुंदी है? घर विच, स्कूल अते समाज तिन्नां विच, सिर्फ स्कूल विच, सिर्फ समाज विच या सिर्फ घर विच? तो इसका सही आंसर है ऑप्शन ए, सिंपल आंसर है कि घर, स्कूल अते समाज तिन्नां दे विच बच्चे की जो सिक्ख्या है वह हुंदी है। नैक्सट असीं गल करदे हां 145 नंबर क्वेश्चन, 145 नंबर क्वेश्चन, अध्यापक नूं किस दे समर्थ होना चाहिए है? अ टीचर हैज़ टू बी अडेप्ट एट अदाकारी दे, एक्टिंग दे, सिक्ख्या प्राप्ति दे, लर्निंग दे, कम्युनिकेशन दे, ਜਾਂ ਫਿਰ ਬਹੁਪੱਖੀ ਭੂਮਿਕਾਵਾਂ ਨਿਭਾਉਂਦੇ, ਪਲੇਇੰਗ ਅ ਮਲਟੀਪਲ ਰੋਲਸ। ਮੇਰੇ ਖਿਆਲ 'ਚ ਅਗਰ ਤੁਸੀਂ ਟੀਚਰ ਹੋ ਤੇ ਅਗਰ ਤੁਸੀਂ ਕਿਸੇ ਨਾ ਕਿਸੇ ਸਕੂਲ ਦੇ ਵਿੱਚ ਟੀਚ ਕਰਦੇ ਹੋ ਤਾਂ ਤੁਸੀਂ ਇਹਦਾ ਬਿਲਕੁਲ ਸਹੀ ਆਨਸਰ ਦੇਵੋਗੇ। ਕਿਉਂ? ਕਿਉਂਕਿ ਇੱਕ ਹੀ ਟੀਚਰ ਨੂੰ ਇੱਕ ਹੀ ਟਾਈਮ ਮਾਂ-ਬਾਪ ਦਾ ਰੋਲ ਵੀ ਅਦਾ ਕਰਨਾ ਪੈਂਦਾ ਹੈ, ਦੋਸਤ ਦਾ ਰੋਲ ਵੀ ਅਦਾ ਕਰਨਾ ਪੈਂਦਾ ਹੈ, ਉਸਨੂੰ ਇੱਕ ਐਜ਼ ਅ ਟੀਚਰ ਵੀ ਕੰਮ ਕਰਨਾ ਪੈਂਦਾ ਹੈ, ਉਸਨੂੰ ਬੱਚੇ ਦਾ ਹਮਦਰਦ ਵੀ ਬਣਨਾ ਪੈਂਦਾ ਹੈ, ਉਸਨੂੰ ਬੱਚੇ ਨਾਲ ਫਰੈਂਡਲੀ ਬਿਹੇਵ ਵੀ ਕਰਨਾ ਪੈਂਦਾ ਹੈ। ਤਾਂ आई थिंक ਇਹਦਾ ਸਹੀ ਆਨਸਰ ਹੋਵੇਗਾ ਬਹੁਪੱਖੀ ਭੂਮਿਕਾਵਾਂ, मतलब कि प्लेइंग मल्टीपल रोल्स, मल्टीपल रोल ने जो ਅਸੀਂ ਉਹ प्ले ਕਰਦੇ ਹਾਂ। ਨੈਕਸਟ ਕੁਐਸਚਨ, ਮੁੱਢਲੇ ਅਤੇ ਗੌਣ ਸਰੋਤ ਵਿੱਚ ਅੰਤਰ ਇਹ ਹੈ ਕਿ ਮੁੱਢਲਾ ਸਰੋਤ ਮੁੱਢਲਾ ਹੈ ਅਤੇ ਗੌਣ ਸਰੋਤ ਹੈ। ਗੌਣ ਸਰੋਤ ਗੌਣ ਸਰੋਤ ਹੈ, ਇੱਥੇ ਮਿਸਪ੍ਰਿੰਟ ਹੋਇਆ ਹੋਇਆ, मतलब कि अ प्राइमरी सोर्स इज अ प्राइमरी वाइल अ सैकेंडरी सोर्स इज सैकेंडरी। अच्छा गाइज क्वेश्चन ਅਸੀਂ ਫਿਰ ਡਿਸਕਸ ਕਰ, ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਵਾਂ, ਮੈਂ ਕਿਉਂ ਕਹਿ ਰਿਹਾ ਕਿ ਤੁਸੀਂ ਇੰਗਲਿਸ਼ ਨੂੰ ਜ਼ਿਆਦਾ ਪ੍ਰੈਫਰੈਂਸ ਦੇਵੋ। ਮੇਰੇ ਕੋਲ ਇੰਗਲਿਸ਼ ਵੀ ਪਈ ਆ, ਮੈਂ ਕਿਉਂ ਕਹਿ ਰਿਹਾ ਕਿ ਤੁਸੀਂ ਇੰਗਲਿਸ਼ ਨੂੰ ਜ਼ਿਆਦਾ ਪ੍ਰੈਫਰੈਂਸ ਦੇਵੋ। ਜਦੋਂ ਨਾ ਅਸੀਂ ਪੇਪਰ ਦੇਣ ਜਾ ਰਹੇ ਹੁੰਦੇ ਆ, ਪੇਪਰ ਸਾਡੇ ਹੱਥ ਦੇ ਵਿੱਚ ਬੁਕਲੇਟ ਆਉਂਦੀ ਹੈ, ਕੁਐਸਚਨਸ ਵਾਲੀ ਬੁਕਲੇਟ ਸਾਡੇ ਹੱਥ ਦੇ ਵਿੱਚ ਆਉਂਦੀ ਆ।
ਉੱਥੇ ਸਾਫ਼-ਸਾਫ਼ ਲਫ਼ਜ਼ਾਂ ਦੇ ਵਿੱਚ ਲਿਖਿਆ ਹੁੰਦਾ ਕਿ ਅਗਰ ਕਿਸੇ ਕੁਐਸਚਨ ਦੇ ਵਿੱਚ ਮਿਸਪ੍ਰਿੰਟਿੰਗ ਹੋ ਗਈ, ਅਗਰ ਕੋਈ ਕੁਐਸਚਨ ਤੁਹਾਨੂੰ ਗਲਤ ਮਿਲ ਗਿਆ, ਅਗਰ ਕਿਸੇ ਕੁਐਸਚਨ ਦੀ ਆਪਸ਼ਨ ਗਲਤ ਆ ਗਈ, ਤਾਂ ਇਸ ਦੇ ਲਈ ਅਸੀਂ ਜ਼ਿੰਮੇਵਾਰ ਸਿਰਫ ਤਦ ਹੋਵਾਂਗੇ ਅਗਰ ਉਹ ਇੰਗਲਿਸ਼ 'ਚ ਹੋਵੇਗਾ। ਕਹਿਣ ਦਾ ਮਤਲਬ ਅਗਰ ਸਾਡੇ ਤੋਂ ਕੋਈ ਗਲਤੀ ਹੁੰਦੀ ਹੈ ਤਾਂ ਅਸੀਂ ਸਿਰਫ ਇੰਗਲਿਸ਼ ਵਾਲੀ ਗਲਤੀ ਨੂੰ ਗਲਤੀ ਮੰਨਾਂਗੇ, ਅਗਰ ਪੰਜਾਬੀ 'ਚ ਕੁਝ ਗਲਤ ਲਿਖਿਆ ਗਿਆ ਤਾਂ ਅਸੀਂ ਉਸ ਨੂੰ ਗਲਤ ਨਹੀਂ ਮੰਨਾਂਗੇ। ਸੋ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਤੁਹਾਨੂੰ ਸਿਰਫ ਔਰ ਸਿਰਫ ਇੰਗਲਿਸ਼ ਨੂੰ ਕਵਰ ਕਰਨਾ ਹੈ। ਤੁਸੀਂ ਠੀਕ ਹੈ, ਪੰਜਾਬੀ ਆਪਾਂ ਨੂੰ ਹਿੰਟ ਦੇ ਰਹੀ ਆ, ਪਰ ਕੋਸ਼ਿਸ਼ ਕਰੋ ਕਿ ਤੁਸੀਂ ਇੰਗਲਿਸ਼ ਦੇ ਵਿੱਚ ਧਿਆਨ ਨਾਲ ਸਮਝਿਆ ਕਰੋ। ਸੋ ਆਪਾਂ ਡਿਸਕਸ ਕਰਦੇ ਹਾਂ ਕੁਐਸਚਨ ਕਿ ਮੁੱਢਲੇ ਤੇ ਗੌਣ ਸਰੋਤ ਵਿੱਚ ਕੀ ਫਰਕ ਹੈ। ਦਾ ਡਿਫਰੈਂਸ ਬਿਟਵੀਨ ਦਾ ਪ੍ਰਾਇਮਰੀ ਐਂਡ ਦਾ ਸੈਕੰਡਰੀ ਸੋਰਸ। ਇਹ ਕਹਿੰਦੇ ਕਿ ਪ੍ਰਾਇਮਰੀ ਸੋਰਸ ਇਜ਼ ਅ ਪ੍ਰਾਇਮਰੀ ਸੋਰਸ, ਮਤਲਬ ਕਿ ਮੁੱਢਲਾ ਸੋਰਸ ਹੁੰਦਾ ਹੈ। ਅ ਸੈਕੰਡਰੀ ਸੋਰਸ ਇਜ਼ ਅ ਸੈਕੰਡਰੀ ਸੋਰਸ ਹੈ। ਜਿਹੜਾ ਗੌਣ ਨੂੰ ਅਸੀਂ ਸੈਕੰਡਰੀ ਲਿਖ ਰਹੇ ਹਾਂ, ਹੁਣ ਦੱਸੋ ਕਿਹਨੂੰ ਪਤਾ ਸੀਗਾ ਕਿ ਗੌਣ ਸੈਕੰਡਰੀ ਨੂੰ ਕਹਿੰਦੇ ਆ। ਗੌਣ ਸਰੋਤ ਗੌਣ ਹੁੰਦਾ ਹੈ। ਸੈਕਿੰਡ ਕਿ ਸੈਕੰਡਰੀ ਸਰੋਤ, ਗੌਣ ਸਰੋਤ ਸੋਰਸ ਇਜ਼ ਕਲੋਜ਼ੈਸਟ ਟੂ ਪਰਸਨ, ਕਿ ਗੌਣ ਸਰੋਤ ਜੋ ਹੈ ਉਹ ਅਧਿਐਨ ਕੀਤੇ ਜਾ ਰਹੇ ਵਿਅਕਤੀ, ਸੂਚਨਾ ਕਾਲ ਜਾਂ ਵਿਚਾਰ ਅਤੇ ਦੇ ਨੇੜੇ ਹੁੰਦਾ ਹੈ। ਤੀਸਰਾ ਪ੍ਰਾਇਮਰੀ ਸਰੋਤ, ਮੁੱਢਲਾ ਸਰੋਤ ਅਧਿਐਨ ਕੀਤੇ ਜਾ ਰਹੇ ਵਿਅਕਤੀ, ਸੂਚਨਾ ਕਾਲ ਜਾਂ ਫਿਰ ਵਿਚਾਰ ਦੇ ਅਤੇ ਨੇੜੇ ਹੁੰਦਾ ਹੈ। ਤੇ ਉਸ ਤੋਂ ਬਾਅਦ ਡੀ ਉਪਰੋਕਤ ਸਾਰੇ ਹੀ। ਹੁਣ ਇਹ ਕਿੱਦਾਂ ਪੋਸੀਬਲ ਹੋ ਸਕਦਾ ਹੈ ਕਿ ਇਹ ਗੌਣ ਸਰੋਤ ਔਰ ਮੁੱਢਲਾ ਸਰੋਤ ਦੋਨਾਂ ਦੇ ਵਿੱਚ ਵਿਅਕਤੀ ਦੇ ਨੇੜੇ ਕਰ ਰਿਹਾ ਹੈ, ਤਾਂ ਫਿਰ ਇਹ ਤਾਂ ਹੋ ਹੀ ਨਹੀਂ ਸਕਦਾ। ਜਾਂ ਤਾਂ ਫਿਰ ਆ ਸਹੀ ਹੋਏਗਾ, ਜਾਂ ਆ ਸਹੀ ਹੋਗਾ, ਜਾਂ ਆ ਸਹੀ ਹੋਗਾ। ਉਪਰੋਕਤ ਸਾਰੇ ਤਾਂ ਸਹੀ ਹੋ ਹੀ ਨਹੀਂ ਸਕਦਾ। ਮੁੱਢਲਾ ਸਰੋਤ ਮੁੱਢਲਾ ਹੁੰਦਾ ਹੈ, ਗੌਣ ਸਰੋਤ ਗੌਣ ਹੁੰਦਾ ਹੈ। ਇਹਦੇ ਵਿੱਚ ਤਾਂ ਕੋਈ ਸੈਂਸ ਹੀ ਨਹੀਂ ਬਣ ਰਹੀ ਹੈਗੀ। ਤਾਂ ਸਾਡੇ ਕੋਲ ਪਿੱਛੇ ਦੋ ਆਪਸ਼ਨਾਂ ਬਚੀਆਂ। ਹੁਣ ਦੋ ਆਪਸ਼ਨਾਂ ਦੇ ਵਿੱਚੋਂ ਤੁਸੀਂ ਖੁਦ ਸੋਚਣਾ ਹੋਊਗਾ। ਤਾਂ ਇਦਾਂ ਰਾਜੇ ਤੁਸੀਂ ਨਾ ਆਪਸ਼ਨ ਐਲੀਮੀਨੇਸ਼ਨ ਦਾ ਵੀ ਖਿਆਲ ਰੱਖਣਾ ਹੈ। ਆਪਸ਼ਨ ਕਿਵੇਂ ਅਸੀਂ ਐਲੀਮੀਨੇਟ ਕਰ ਸਕਦੇ ਹਾਂ। ਸੋ ਇਹਦਾ ਸਹੀ ਆਨਸਰ ਹੈ ਸੀ, ਮੁੱਢਲਾ ਸਰੋਤ ਅਧਿਐਨ ਕੀਤੇ ਜਾ ਰਹੇ ਵਿਅਕਤੀ, ਸੂਚਨਾ ਕਾਲ ਜਾਂ ਵਿਚਾਰ ਦੇ ਅਤੇ ਨੇੜੇ ਹੁੰਦਾ ਹੈ। A primary source is closest to the person, information, period or idea being studied. Next question, ਪ੍ਰੋਜੈਕਟ ਦਾ ਕੰਮ ਮਹੱਤਵਪੂਰਨ ਹੈ ਕਿਉਂਕਿ ਇਹ ਵਿਦਿਆਰਥੀਆਂ ਨੂੰ ਰਚਨਾਤਮਕ ਬਣਨ ਦੇ ਯੋਗ ਬਣਾਉਂਦਾ ਹੈ। ਇਟ ਇਨੇਬਲਸ ਸਟੂਡੈਂਟਸ ਟੂ ਬੀ ਕ੍ਰੀਏਟਿਵ, ਤਾਂ ਕਿ ਸਟੂਡੈਂਟ ਕ੍ਰੀਏਟਿਵ ਬਣ ਸਕਣ। ਇਹ ਵਿਦਿਆਰਥੀਆਂ ਲਈ ਕੁਝ ਕੰਮ ਪੈਦਾ ਕਰਦਾ ਹੈ। ਇਟ ਕ੍ਰੀਏਟਸ ਸਮ ਵਰਕ ਫॉर ਸਟੂਡੈਂਟਸ, ਕੰਮ ਕਰਕੇ ਸਿੱਖਣਾ ਵਧੇਰੇ ਸਥਾਈ ਸਿੱਖਿਆ ਪ੍ਰਾਪਤੀ ਹੈ। ਲਰਨਿੰਗ ਬਾਈ ਡੂਇੰਗ ਇਜ਼ ਮੋਰ ਲਾਸਟਿੰਗ ਲਰਨਿੰਗ, ਇਹ ਅਧਿਆਪਕਾਂ ਨੂੰ ਰਚਨਾਤਮਕ ਬਣਨ ਦੇ ਯੋਗ ਬਣਾਉਂਦਾ ਹੈ। ਇਟ ਇਨੇਬਲਸ ਟੀਚਰਸ ਟੂ ਬੀ ਕ੍ਰੀਏਟਿਵ, ਤਾਂ ਇਹਦੇ ਵਿੱਚੋਂ ਸਹੀ ਜੋ ਆਪਸ਼ਨ ਹੈ ਉਹ ਹੈ ਕੰਮ ਕਰਕੇ ਸਿੱਖਣਾ ਵਧੇਰੇ ਸਥਾਈ ਸਿੱਖਿਆ ਪ੍ਰਾਪਤੀ ਹੈ। ਮਤਲਬ ਕਿ ਸੈਲਫ ਲਰਨਿੰਗ ਸਭ ਤੋਂ ਵਧੀਆ ਚੀਜ਼ ਆ। ਲਰਨਿੰਗ ਬਾਈ ਡੂਇੰਗ ਇਜ਼ ਮੋਰ ਲਾਸਟਿੰਗ ਲਰਨਿੰਗ, ਕਿ ਅਗਰ ਅਸੀਂ ਕੁਝ ਕਰਕੇ ਸਿੱਖਦੇ ਹਾਂ ਤਾਂ ਕਾਫੀ ਲੰਬਾ ਚੱਲਦਾ ਹੈ, ਕਿਉਂਕਿ ਸਾਡੇ ਉਹ ਚੀਜ਼ਾਂ ਜ਼ਿਹਨ ਦੇ ਵਿੱਚ ਬੈਠ ਜਾਂਦੀਆਂ ਨੇ। ਨੈਕਸਟ ਕੁਐਸਚਨ ਹੈ ਕਿ ਕਲਾਸਰੂਮ ਅਧਿਆਪਨ ਹੋਵੇਗਾ, ਕਲਾਸਰੂਮ ਟੀਚਿੰਗ ਸ਼ੁੱਡ ਬੀ ਕੀ ਹੋਵੇਗੀ, ਤੀਬਰ ਹੋਵੇਗੀ, ਇੱਕ ਪਾਸੜ ਹੋਵੇਗੀ, ਪਰਸਪਰ ਕਿਰਿਆਤਮਕ ਹੋਵੇਗੀ ਜਾਂ ਫਿਰ ਆਸਾਨ ਹੋਵੇਗੀ। ਤੀਬਰ ਨੂੰ ਹੁਣ ਦੱਸੋ, ਇੰਗਲਿਸ਼ ਦੇ ਵਿੱਚ ਅਸੀਂ ਆਖ ਦਿੰਦੇ ਹਾਂ ਇੰਟੈਂਸ। ਇੱਕ ਪਾਸੜ ਮਤਲਬ ਕਿ ਵਨ ਸਾਈਡਡ ਹੋਵੇਗੀ, ਪਰਸਪਰ ਕਿਰਿਆਤਮਕ ਹੋਵੇਗੀ, ਮਤਲਬ ਕਿ ਇੰਟਰੈਕਟਿਵ ਹੋਵੇਗੀ। ਓਬਵੀਅਸ ਜੀ ਗੱਲ ਆ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੇ ਤੁਹਾਡੇ ਜੋ ਟੀਚਰਸ ਨੇ, ਜੋ ਸਕੂਲਸ ਦੇ ਵਿੱਚ ਪੜ੍ਹਾ ਰਹੇ ਨੇ, ਉਹਨਾਂ ਨੂੰ ਪਤਾ ਹੋਵੇਗਾ ਕਿ ਅਗਰ ਅਸੀਂ ਕਲਾਸ 'ਚ ਪੜ੍ਹਾ ਰਹੇ ਹਾਂ ਤਾਂ ਇੰਟਰੈਕਸ਼ਨ ਹੋਣੀ ਆ। ਟੀਚਰ ਬੱਚੇ ਨਾਲ ਗੱਲਬਾਤ ਕਰੇਗਾ ਹੀ ਕਰੇਗਾ ਕਲਾਸਰੂਮ ਦੇ ਵਿੱਚ। ਤਾਂ ਓਬਵੀਅਸ ਜੀ ਗੱਲ ਆ ਕਿ ਇਹ ਵਾਲਾ ਆਨਸਰ ਸਹੀ ਹੋਵੇਗਾ, ਪਰਸਪਰ ਕਿਰਿਆਤਮਕ, ਜਿਸ ਨੂੰ ਅਸੀਂ ਇੰਟਰਐਕਟਿਵ ਕਹਿ ਦਿੰਦੇ ਹਾਂ। ਨੈਕਸਟ ਹੈ ਕਿ ਸਾਡੇ ਕੋਲੇ DPI ਕਿਸ ਦਾ ਪ੍ਰਥਮ ਅੱਖਰੀ ਰੂਪ ਹੈ। ਸਿੰਪਲ ਜਿਹੇ ਲਫ਼ਜ਼ਾਂ ਦੇ ਵਿੱਚ DPI ਦੀ ਫੁੱਲ ਫਾਰਮ ਕੀ ਹੈ? ਡਾਇਰੈਕਟਰ ਆਫ ਪ੍ਰੋਸੀਕਿਊਸ਼ਨ ਐਂਡ ਇੰਟੈਲੀਜੈਂਸ, ਡਾਇਰੈਕਟਰ ਆਫ ਪਰਸਨਲ ਐਂਡ ਇਨਵੈਸਟੀਗੇਸ਼ਨ, ਡਾਇਰੈਕਟਰ ਪ੍ਰਾਈਵੇਟ ਇੰਸਟਰਕਸ਼ਨ, ਡਾਇਰੈਕਟਰ ਪਬਲਿਕ ਇੰਸਟਰਕਸ਼ਨ। ਤਾਂ ਇਸ ਦਾ ਸਹੀ ਆਨਸਰ ਹੈ ਡਾਇਰੈਕਟਰ ਪਬਲਿਕ ਇੰਸਟਰਕਸ਼ਨ। ਤੇ ਅੱਜ ਦਾ ਲਾਸਟ ਕੁਐਸਚਨ ਕਿ ਸਮਾਜ ਵਿਗਿਆਨ ਵਿੱਚ ਅਧਿਆਪਨ ਤਕਨੀਕਾਂ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਕਿਸ ਚੀਜ਼ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ? ਭੂਮਿਕਾ ਨਿਭਾਉਣ ਨੂੰ, ਲੈਕਚਰ ਨੂੰ, ਪ੍ਰੋਜੈਕਟ ਨੂੰ ਜਾਂ ਫਿਰ ਉਪਰੋਕਤ ਸਾਰੇ ਹੀ। ਓਬਵੀਅਸ ਜੀ ਗੱਲ ਹੈ ਕਿ ਅਸੀਂ ਅਗਰ ਆਪਣੀ ਟੀਚਿੰਗ ਨੂੰ ਵਧੀਆ ਬਣਾਉਣਾ ਹੈ ਤਾਂ ਸਾਨੂੰ ਉਪਰੋਕਤ ਸਾਰੇ ਹੀ ਲੈ ਕੇ ਆਉਣੇ ਪੈਣਗੇ। ਸੋ ਆਹ ਵਾਲੇ ਜੋ ਕੁਐਸਚਨ ਅਸੀਂ ਡਿਸਕਸ ਕੀਤੇ ਨੇ 145 ਤੋਂ 150, ਜਾਂ ਪਿੱਛੇ ਅਸੀਂ 140 ਤੋਂ ਲੈ ਕੇ 150 ਤੱਕ ਕੁਐਸਚਨ ਅਸੀਂ ਡਿਸਕਸ ਕੀਤੇ ਨੇ, ਉਹ ਸਾਰੇ ਦੇ ਸਾਰੇ ਕੁਐਸਚਨ ਤੁਹਾਡੇ ਸਾਈਕੋਲੋਜੀ ਨਾਲ ਰਿਲੇਟਡ ਨੇ। ਇੱਕ ਤਾਂ ਤੁਹਾਨੂੰ ਸਾਈਕੋਲੋਜੀ 3 ਨੰਬਰ ਦੀ ਅਲੱਗ ਤੋਂ ਆਉਣੀ ਆ, ਉਸ ਤੋਂ ਇਲਾਵਾ 10 ਕੁਐਸਚਨ ਪਰ ਸਬਜੈਕਟ ਵੀ ਤੁਹਾਨੂੰ SS ਦੇ ਵਿੱਚ ਸਾਈਕੋਲੋਜੀ ਦੇ ਆ ਰਹੇ ਨੇ। ਤਾਂ ਮੇਰਾ ਖਿਆਲ ਹੈ ਕਿ ਆ ਬਿਲਕੁਲ ਸਿੰਪਲ ਨੇ, ਸਾਡੇ ਕਨਸੈਪਟ ਕਲੀਅਰ ਹੋਣਾ ਚਾਹੀਦਾ ਹੈ। ਇਹ ਕੁਐਸਚਨ ਸਿੰਪਲ ਨੇ। ਹੋਪਸ ਹੋ ਕਿ ਤੁਹਾਨੂੰ ਸਾਰਾ ਕੁਝ ਕਵਰ ਹੋ ਗਿਆ ਹੋਣਾ। ਅਗਰ ਤੁਹਾਡਾ ਕੋਈ ਡਾਊਟ ਆ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਤੇ ਬਹੁਤ ਜਲਦ ਤੁਹਾਨੂੰ ਜੋ ਸੈਕਿੰਡ ਪੇਪਰ ਹੈ 2013 ਦੇ ਵਿੱਚ ਹੋਇਆ ਸੀਗਾ ਪੇਪਰ, 2013 'ਚ ਐਕਚੁਅਲੀ ਇਹਨਾਂ ਨੇ 2 ਪੇਪਰ ਲਏ ਸੀਗੇ।
ਇੱਕ ਜੂਨ ਦੇ ਵਿੱਚ ਲਿਆ ਸੀਗਾ ਤੇ ਇੱਕ ਦਸੰਬਰ ਦੇ ਵਿੱਚ ਲਿਆ ਸੀਗਾ। ਔਰ 2011 ਤੋਂ ਬਾਅਦ 2012 ਦੇ ਵਿੱਚ ਇਹਨਾਂ ਨੇ ਕੋਈ ਵੀ ਪੇਪਰ ਨਹੀਂ ਲਿਆ ਸੀਗਾ। ਸੋ ਇੱਥੇ ਸਾਡਾ ਜੋ 2011 ਦਾ ਜੁਲਾਈ ਦਾ ਪੇਪਰ ਹੈ ਉਹ ਅਸੀਂ SST ਪੋਰਸ਼ਨ ਕੰਪਲੀਟ ਕਰਦੇ ਹਾਂ ਤੇ ਇਸ ਤੋਂ ਨੈਕਸਟ ਜੋ ਅਸੀਂ ਪੇਪਰ ਲੈ ਕੇ ਆਵਾਂਗੇ ਉਹ ਹੋਵੇਗਾ ਜੂਨ 2013 ਦਾ। ਬਹੁਤ ਬਹੁਤ ਸ਼ੁਕਰੀਆ ਗਾਇਜ਼, ਥੈਂਕ ਯੂ।